ਕਹਿਣ ਲੱਗੇ ਸਿੰਘਾਂ ਨੂੰ ਤੇ ਸੱਚੇ ਪਾਤਸ਼ਾਹ ਨੇ ਪਾਤਸ਼ਾਹੀ ਦਿੱਤੀ ਹੈ। ਸਿੰਘਨ ਪਾਤਸ਼ਾਹੀ ਸ਼ਾਹੇ ਸੱਚੇ ਦਈ, ਸੱਚੇ ਸ਼ਾਹ ਨੇ ਸੱਚੇ ਪਾਤਸ਼ਾਹ ਨੇ ਸਿੰਘਾਂ ਨੂੰ ਰਾਜ ਦਿੱਤਾ ਹੈ। ਕੈਪਟਨ ਮਰੀ ਨੇ ਫਿਰ ਸਵਾਲ ਕੀਤਾ, ਇਹ ਸੱਚਾ ਪਾਤਸ਼ਾਹ ਕੌਣ ਹੈ? ਅੱਗੋਂ ਰਤਨ ਸਿੰਘ ਕਹਿਣ ਲੱਗਾ, ਸਾਡਾ ਸੱਚਾ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਹੈ। ਅੱਗੋਂ ਕੈਪਟਨ ਮਰੀ ਗੁਰੂ ਨਾਨਕ ਸਾਹਿਬ ਬਾਰੇ ਥੋੜਾ ਜਾਣਦਾ ਸੀ। ਕੈਪਟਨ ਮਰੀ ਕਹਿਣ ਲੱਗਾ, ਨਾਨਕ ਤੇ ਫਕੀਰ ਹੋਇਆ ਹੈ, ਉਹ ਤਾਂ ਸਾਧੂ ਹੋਇਆ ਹੈ, ਫੱਕਰ ਆਦਮੀ ਸੀ, ਤੁਰਿਆ ਫਿਰਦਾ ਸੰਸਾਰ ਦੇ ਵਿੱਚ, ਉਹਨੇ ਕਿਵੇਂ ਰਾਜ ਦੇ ਦਿੱਤਾ ਤੁਹਾਨੂੰ? ਉਹ ਤਾਂ ਫਕੀਰ ਸੀ, ਸਾਧੂ ਸੀ, ਸੰਤ ਸੀ, ਉਹਨੂੰ ਬਾਦਸ਼ਾਹੀ ਦੇਣ ਦਾ ਕੀ ਅਧਿਕਾਰ ਸੀ? ਉਹਦੇ ਕੋਲ ਕਿੱਥੇ ਰਾਜ ਸੀ ਜਿਹੜਾ ਉਹਨੇ ਤੁਹਾਨੂੰ ਦਿੱਤਾ ਹੈ? ਰਤਨ ਸਿੰਘ ਕਹਿਣ ਲੱਗਾ, ਕੈਪਟਨ ਮਰੀ ਉਹ ਤੇ ਸ਼ਾਹਾਂ ਦਾ ਵੀ ਸ਼ਾਹ ਸੀ, ਉਹ ਤੇ ਬਾਦਸ਼ਾਹ ਦਾ ਬਾਦਸ਼ਾਹ ਸੀ, ਉਹ ਤਾਂ ਸੱਚਾ ਪਾਤਸ਼ਾਹ ਸੀ, ਉਹ ਦੀਨ ਦੁਨੀ ਦਾ ਮਾਲਕ ਸੀ। ਸਤਿਗੁਰ ਸੱਚਾ ਪਾਤਸ਼ਾਹ ਕੂੜੇ ਪਾਤਸ਼ਾਹ ਦੁਨੀਆ ਵੇ, ਆਹ ਤੇ ਦੁਨੀਆ ਦੇ ਝੂਠੇ ਪਾਤਸ਼ਾਹ ਨੇ, ਉਹ ਸੱਚਾ ਪਾਤਸ਼ਾਹ ਸੀ। ਕੋਈ ਹਰ ਸਮਾਨ ਨਹੀਂ ਰਾਜਾ, ਉਹਦੇ ਬਰਾਬਰ ਕੋਈ ਰਾਜਾ ਮਹਾਰਾਜਾ ਨਹੀਂ ਸੀ, ਉਹਦੀ ਮਰਜ਼ੀ ਸੀ। ਉਹਨੇ ਦੇ ਕਈ ਬਾਦਸ਼ਾਹ ਨੂੰ ਫਕੀਰੀਆਂ ਦੇਤੀਆਂ, ਬੜੇ ਬੜੇ ਰਾਜੇ ਮਹਾਰਾਜਿਆਂ ਨੂੰ ਫਕੀਰ ਬਣਾ ਦਿੰਦਾ ਸੀ, ਉਹ ਕਈਆਂ ਫਕੀਰਾਂ ਨੂੰ ਬਾਦਸ਼ਾਹ ਬਣਾ ਦਿੰਦਾ ਸੀ, ਉਹਦੀ ਮਰਜ਼ੀ ਸੀ। ਨਦਰ ਉਹ ਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਏਂਦਾ, ਦਰ ਮੰਗਣ ਭਿਖ ਨਾ ਪਾਏਂਦਾ। ਤੇ ਜੇ ਉਹ ਆਪਣੀ ਮਰਜ਼ੀ ਦੇ ਆ ਜਾਵੇ ਤੇ ਭਿਖਾਰੀਆਂ ਨੂੰ ਬਾਦਸ਼ਾਹੀਆਂ ਦੇ ਦਿੰਦਾ ਸੀ। ਉਹ ਪਾਤਸ਼ਾਹ ਦਾ ਪਾਤਸ਼ਾਹ ਸੀ, ਰਾਜਿਆਂ ਦਾ ਰਾਜਾ ਸੀ, ਉਹ ਮਹਾਰਾਜਿਆਂ ਦਾ ਮਹਾਰਾਜਾ ਸੀ, ਉਹ ਬੇਪਰਵਾਹ ਸੀ, ਉਹਨੂੰ ਰਾਜ ਭਾਗ ਤੇ ਉਹਦੇ ਚਰਨਾਂ 'ਚ ਰੁਲਦੇ ਸਨ। ਕੈਪਟਨ ਮਰੀ ਜਿਹੜੇ ਬੰਦੇ ਨੇ ਉਹਦੇ ਪੈਰਾਂ ਦੀ ਧੂੜ ਮੱਥੇ ਲਾ ਲਈ, ਉਹਨਾਂ ਵਿੱਚ ਤੇ ਇੰਨੀਆਂ ਸ਼ਕਤੀਆਂ ਆ ਗਈਆਂ ਗੁਰੂ ਨਾਨਕ ਦੇ ਸਿੱਖਾਂ ਵਿੱਚ, ਗੁਰੂ ਨਾਨਕ ਦੇ ਸੇਵਕਾਂ ਵਿੱਚ ਇੰਨੀਆਂ ਕਰਾਮਾਤਾਂ ਸਨ। ਸਿੱਖਾਂ ਨੇ ਤੇ ਚਿੜੀਆਂ ਤੋਂ ਬਾਜ ਤੁੜਾਤੇ, ਉਹਦੀ ਇੰਨੀ ਸ਼ਕਤੀ ਸੀ ਗੁਰੂ ਨਾਨਕ ਦੇ ਵਿੱਚ। ਉਹਦੇ ਚਰਨਾਂ ਦੀ ਧੂੜ ਲੈ ਕੇ ਮਿੱਟੀ ਸੋਨਾ ਬਣ ਜਾਂਦੀ ਸੀ, ਪੱਥਰ ਹੀਰੇ ਬਣ ਜਾ। ਨਾਨਕ ਨੇ ਬੱਕਰੀਆਂ ਕੋਲੋਂ ਸ਼ੇਰ ਮਰਵਾ ਦਿੱਤੇ ਤੇ ਚਿੜੀਆਂ ਤੋਂ ਬਾਜ ਮਰਵਾ ਦਿੱਤੇ। ਉਹ ਬਾਦਸ਼ਾਹੀ ਜਿਹਦੇ ਕੋਲ ਲੱਖਾਂ ਫੌਜਾਂ ਸਨ, 10,000 ਵੱਡੀਆਂ ਤੋਪਾਂ ਸਨ, 50,000 ਛੋਟੀਆਂ ਤੋਪਾਂ ਸਨ, ਕਿਲਿਆਂ ਦੀ ਕੋਈ ਗਿਣਤੀ ਕੋਈ ਨਹੀਂ ਸੀ, ਖਜ਼ਾਨੇ ਭਰੇ ਪਏ ਸਨ। ਉਹੋ ਜੀਆਂ ਬਾਦਸ਼ਾਹੀਆਂ, ਔਰੰਗਜ਼ੇਬ ਵਰਗੇ ਬਾਦਸ਼ਾਹਾਂ ਦੀਆਂ ਬਾਦਸ਼ਾਹੀਆਂ ਤਖਤਾਂ ਦੇ ਬਹਿ ਕੇ ਰਾਜ ਕਰਦੇ ਸੀ, ਜਿਨ੍ਹਾਂ ਦੇ ਰਾਜ ਵਿੱਚ ਸੂਰਜ ਨਹੀਂ ਸੀ ਛਿਪਦਾ, ਜਿਹੜੇ ਚੜ੍ਹਦੇ ਤੋਂ ਛਿਪਦੇ ਤੱਕ ਮਾਲਕ ਸੀ ਮੁਲਕਾਂ ਦੇ। ਉਸ ਗੁਰੂ ਨਾਨਕ ਦੇ ਦਾਸਾਂ ਨੇ ਗਾਲ ਸੁੱਟੇ ਹਨ। ਉਸ ਗੁਰੂ ਨਾਨਕ ਦੀ ਗੱਲ ਕਰਦਾ ਹਾਂ ਜਿਹਦੇ ਸੇਵਕ ਸ਼ਹੀਦੀ ਦੇਗਾਂ ਦਾ ਗੋਲਾ ਮਾਰ ਦਿੰਦੇ ਸੀ, ਜਿਹਦੇ ਸਿਰ 'ਚ ਮਾਰਦੇ ਸੀ ਉਹਦਾ ਕੱਖ ਨਹੀਂ ਸੀ ਛੱਡਦੇ। ਅੜਨੇ ਜੋਗਾ ਨਹੀਂ ਸੀ ਰਹਿੰਦਾ ਜਿੱਧਰ ਸਿੰਘ ਨੁਗਦਾ ਮਾਰ ਦਿੰਦੇ ਸੀ, ਇਹ ਕਹਿ ਕੇ ਆਇਆ ਨੁਗਦਾ ਤੇਰੇ ਬਾਲ ਬੱਚੇ ਨੂੰ ਚੁਗਦਾ, ਗੁਰੂ ਘਰ ਦਾ ਦੋਖੀਆ ਦੁਸ਼ਟਾ, ਤੇਰਾ ਖਾਲਸੇ ਨਾਲ ਕੋਈ ਦਾਵਾ ਨਹੀਂ ਪੁੱਗਦਾ, ਪੱਟੀ ਤੇਰੀ ਮੇਸ, ਖਾਨਾ ਤੇਰਾ ਖਰਾਬ, ਬੂਹੇ ਤੇਰੇ ਦੀ ਉਜਾੜ, ਸਿੰਘ ਚੜਨਗੇ ਸ਼ਿਕਾਰ। ਇੰਨਾ ਕਹਿ ਕੇ ਨੁਗਦਾ ਮਾਰਦੇ ਸੀ, ਸੱਤੇ ਪੀੜੀਆਂ ਗਾਲ ਦਿੰਦੇ ਸੀ। ਰਤਨ ਸਿੰਘ ਤੁਸੀਂ ਇਹ ਵੀ ਦੱਸੋ ਵੀ ਨਾਨਕ ਨੇ ਪਾਤਸ਼ਾਹੀ ਕਿੱਥੋਂ ਪ੍ਰਾਪਤ ਕੀਤੀ ਤੇ ਤੁਹਾਨੂੰ ਕਿਵੇਂ ਦਿੱਤੀ? ਗੁਰੂ ਨਾਨਕ ਨੂੰ ਰੱਬ ਨੇ ਆਪਣੇ ਦਰਬਾਰ 'ਚ ਸੱਦਿਆ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਵੇਈ ਨਦੀ 'ਚ ਮਹਾਰਾਜ ਸੱਚੇ ਪਾਤਸ਼ਾਹ ਚੁਭਾ ਲਾਇਆ ਤੇ ਉਥੋਂ ਮਹਾਰਾਜ ਅਕਾਲ ਪੁਰਖ ਦੇ ਦਰਬਾਰ 'ਚ ਜਾ ਹਾਜ਼ਰ ਹੋਏ ਨੇ ਤੇ 3 ਦਿਨ ਮਹਾਰਾਜ ਦਾ ਸਰੀਰ ਪਿੱਛੋਂ ਲੱਭਦੇ ਰਹੇ ਵੀ ਮਹਾਰਾਜ ਦਾ ਸਰੀਰ ਹੀ ਲੱਭ ਜਾਵੇ। ਸੁਲਤਾਨਪੁਰ ਦੇ ਵਾਸੀ ਇਹ ਸਮਝ ਵੈਸੇ ਸੀ ਡੁੱਬ ਗਏ ਹਨ, ਪਰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਤਾਰਨ ਵਾਲੇ ਸਨ, ਡੁੱਬ ਕਿਵੇਂ ਸਕਦੇ ਸਨ? ਤੀਸਰੇ ਦਿਨ ਬਾਹਰ ਆ ਕੇ ਐਲਾਨ ਕੀਤਾ ਸੀ, ਨਾ ਕੋਈ ਹਿੰਦੂ ਨਾ ਮੁਸਲਮਾਨ। ਉਹ ਗਏ ਕਿੱਥੇ ਸਨ? ਅਕਾਲ ਪੁਰਖ ਨੇ ਸੱਦਿਆ ਸੀ ਆਪਣੇ ਦਰਬਾਰ ਵਿੱਚ ਤੇ ਅਕਾਲ ਪੁਰਖ ਨੇ ਆਖਿਆ ਸੀ, ਨਾਨਕ ਇਹ ਮੇਰੇ ਨਾਮ ਅੰਮ੍ਰਿਤ ਦਾ ਪਿਆਲਾ ਹੈ, ਪੀ। ਮੇਰਾ ਨਾਮ ਪਾਰਬ੍ਰਹਮ ਪਰਮੇਸ਼ਰ, ਤੇਰਾ ਨਾਮ ਗੁਰੂ ਪਰਮੇਸ਼ਰ। ਇਹ ਭਜਨ ਪੁਰਾਤਨ ਜਨਮ ਸਾਖੀ 'ਚ ਲਿਖਿਆ ਹੈ। ਪਰਮੇਸ਼ਰ ਨੇ ਆਖਿਆ ਮੇਰਾ ਨਾਮ ਪਾਰਬ੍ਰਹਮ ਪਰਮੇਸ਼ਰ, ਤੇਰਾ ਨਾਮ ਗੁਰੂ ਪਰਮੇਸ਼ਰ, ਤੇਰੇ ਮੇਰੇ 'ਚ ਕੋਈ ਫਰਕ ਨਹੀਂ ਹੈ। ਇਹ ਨਾਮ ਅੰਮ੍ਰਿਤ ਦਾ ਪਿਆਲਾ ਪੀ ਔਰ ਸੰਸਾਰ ਨੂੰ ਪਿਆ। ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸਾਰੀ ਸ੍ਰਿਸ਼ਟੀ ਨੂੰ ਨਾਮ ਅੰਮ੍ਰਿਤ ਦਾ ਛੱਟਾ ਦਿੱਤਾ ਹੈ। ਅਕਾਲ ਪੁਰਖ ਨੇ ਆਖਿਆ ਮੈਂ ਤੁਹਾਨੂੰ ਰਾਜਾ ਬਣਾ ਰਿਹਾ, ਧਰਤੀ ਦਾ ਮਾਲਕ। ਤੇਰੇ ਸਾਹਮਣੇ ਜਿਵੇਂ ਰਾਜੇ ਦੇ ਸਾਹਮਣੇ ਕੋਈ ਬੋਲ ਨਹੀਂ ਸਕਦਾ ਨਾ, ਰਾਜੇ ਦੇ ਸਾਹਮਣੇ ਕੋਈ ਖੰਘ ਵੀ ਨਹੀਂ ਸਕਦਾ,
ਤੂੰ ਧਰਤੀ ਦਾ ਰਾਜਾ ਹੈ, ਸ੍ਰਿਸ਼ਟੀ ਦਾ ਮਾਲਕ ਹੈ ਨਾਨਕ, ਤੇਰੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲੇਗਾ। ਅਕਾਲ ਪੁਰਖ ਨੇ ਗੁਰੂ ਨਾਨਕ ਸਾਹਿਬ ਨੂੰ ਪਾਵਰ ਦਿੱਤੀ। ਨਾਨਕ ਤੁਹਾਡਾ ਨਾਮ ਬੇਦੀ ਕੁਲ ਵਿੱਚ ਤੁਹਾਡਾ ਅਵਤਾਰ ਹੋਇਆ ਤੇ ਸ੍ਰਿਸ਼ਟੀ ਨੂੰ ਤੁਸੀਂ ਭਲੇ ਰਸਤੇ ਤੇ ਤੋਰੋ। ਜਿਹੜੀ ਸ਼ਰਨ ਆਵੇ ਉਹਨੂੰ ਗਲ ਨਾ ਲਾ ਲਓ, ਜਿਹੜਾ ਸ਼ਰਨ ਨਾ ਆਵੇ ਉਹਨੂੰ ਗਾਲ ਸੁੱਟੋ। ਜੋ ਸ਼ਰਨ ਆਵੇ ਤੇ ਸਕੰਠ ਲਾਵੇ। ਬਿਰਧ ਹੈ ਸਤਿਗੁਰਾਂ ਦਾ, ਸ਼ਰਨ ਪਰੇ ਸੋ ਤਰੇ, ਅੜੇ ਸੋ ਝੜੇ। ਜਿਹੜਾ ਤੁਹਾਡੇ ਨਾਲ ਅੜੇਗਾ ਉਹ ਝੜ ਜਾਏਗਾ, ਜਿਹੜਾ ਤੁਹਾਡੀ ਸ਼ਰਨ ਪਏਗਾ ਉਹ ਤਰ ਜਾਏਗਾ। ਕਹਿਣ ਲੱਗਾ ਫਿਰ ਸਾਰੀ ਗੱਲ ਸੁਣਾ ਬਈ। ਉਹਨੂੰ ਰੁਚੀ ਜਾਗ ਪਈ। ਜਦੋਂ ਬੰਦਾ ਕੋਈ ਗੱਲ ਸੁਣ ਲੱਗੇ ਤੇ ਉਹਨੂੰ ਉਹਦੀ ਗੱਲ ਦੀ ਰੁਚੀ ਜਾਗ ਪੈਂਦੀ, ਅੱਗੇ ਕੀ ਹੋਇਆ। ਉਹ ਫਿਰ ਪੁੱਛਦਾ ਸਾਰੀ ਗੱਲ ਦੱਸ ਬਈ ਰਤਨ ਸਿੰਘ ਜੀ, ਸਾਰੀ ਗੱਲ ਸਮਝਾਓ ਮੈਨੂੰ। ਮੈਂ ਉਹਨੂੰ ਦੱਸਿਆ ਸੀ ਵੀ ਧੁੰਦ ਹੋ ਗਈ ਸੀ ਸਾਰੇ ਪਾਸੇ, ਮਿੱਟੀ ਧੁੰਦ, ਜਗ ਚਾਨਣ ਹੋਆ। ਕਲਯੁਗ ਦਾ ਸਮਾਂ ਸੀ, ਬੜਾ ਦਵੰਦ ਹੋ ਰਿਹਾ ਸੀ। ਈਰਖਾ ਦਵੈਸ਼, ਹਿੰਦੂ ਮੁਸਲਮਾਨ ਲੜਾਈ ਕਰ ਰਹੇ ਸਨ ਆਪਸ ਵਿੱਚ। ਖੈ ਮਰਦੇ ਬਾਹਮਣ ਮੁਲਾਣੇ, ਬਾਹਮਣ ਤੇ ਮੁਲਾਣੇ ਖੈ ਖੈ ਕੇ ਮਰ ਰਹੇ ਸਨ। ਧਰਮ ਅਲੋਪ ਹੋ ਗਿਆ ਸੀ ਤੇ ਪਾਪ ਵੱਧ ਗਿਆ ਸੀ। ਉਸ ਵੇਲੇ ਜਿਹੜੇ ਹੋਰ ਸੰਪਰਦਾਵਾਂ ਦੇ ਪੰਥਾਂ ਦੇ ਆਗੂ ਸੀਗੇ ਨਾ, ਯਾਨੀ ਧਾਰਮਿਕ ਆਗੂ ਸੀ ਜਿਹੜੇ, ਪੰਥ ਵੀ ਵਿਗੜ ਗਏ ਸੀ। ਉਹਨਾਂ ਦੀਆਂ ਸੰਪਰਦਾਵਾਂ ਦੇ ਵਿੱਚ ਵੀ ਮਰਜ਼ਾਦਾ ਸਹੀ ਨਹੀਂ ਸੀ ਰਹੀ। ਮਾਇਆ ਦੇ ਮੋਹ ਨੇ ਸਾਰਿਆਂ ਨੂੰ ਛੱਡ ਲਿਆ ਸੀ, ਸਾਰੇ ਪਾਸੇ ਮਾਇਆ ਦਾ ਮੋਹ ਪਸਰ ਗਿਆ ਸੀ। ਆਪਣਾ ਆਪਣਾ ਧਰਮ ਛੱਡ ਕੇ, ਆਪਣੀ ਆਪਣੀ ਮਰਿਆਦਾ ਛੱਡ ਕੇ ਪਾਪਾਂ 'ਚ ਲੱਗ ਗਏ ਸਨ। ਕਲਯੁਗ ਦਾ ਸਮਾਂ ਇਹੋ ਜਿਹਾ ਸੀ, ਕਲਾ ਕਲੇਸ਼ ਸਾਰੇ ਪਾਸੇ ਪਸਰ ਗਿਆ ਤੇ ਵੱਢਣ ਲੱਗ ਪਏ। ਮਾਰਨ ਗਊ ਗਰੀਬ ਨੂੰ ਧਰਤੀ ਉੱਪਰ ਪਾਪ ਪਿਥਾਰਾ, ਤੇ ਰਾਜੇ ਕਸਾਈ ਬਣ ਗਏ ਤੇ ਧਰਮ ਜਿਹੜਾ ਸੀ ਖੰਭ ਲਾ ਕੇ ਉੱਡ ਗਿਆ। ਨਾਨਕ ਸਾਹਿਬ ਜੀ ਦੀ ਬੇਦੀ ਬੰਸ ਹੈ, ਤਿੰਨ ਬੇਦੀਆਂ ਕੀ ਕੁਲ ਵਿਖੈ, ਪ੍ਰਗਟੈ ਨਾਨਕ ਰਾਏ, ਸਭ ਸਿੱਖਨ ਕੋ ਸੁਖ ਦਏ, ਜੈ ਤੈ ਪਏ ਸਹਾਈ। ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀ ਕੁਲ ਵਿੱਚ ਅਵਤਾਰ ਧਾਰਿਆ 1526 ਬਿਕਰਮੀ ਸੀਗਾ, ਅੰਗਰੇਜ਼ਾਂ ਦਾ ਬਣਦਾ 1469। 1526 ਸਾਲ ਸੀਗਾ। ਰਾਏ ਬੁਲਾਰ ਦਾ ਨਗਰ ਹੈ, ਰਾਏ ਭੋਏ ਦੀ ਤਲਵੰਡੀ। ਕੁੜੀਆਂ ਦੇ ਕੁਲ ਵਿੱਚ ਬੇਦੀ ਸਨ, ਬੇਦੀ ਗੋਤ ਸੀ ਉਹਨਾਂ ਦਾ। ਕੁਲ ਬੇਦੀ ਕੁਲ ਦੇ ਵਿੱਚ ਮਹਾਰਾਜ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਜੀ ਨੇ ਅਵਤਾਰ ਧਾਰਨ ਕੀਤਾ। ਬੜੀ ਚੰਗੀ ਕੁਲ ਸੀ, ਸਾਰੇ ਧਰਮੀ ਲੋਕ ਸਨ। ਬਾਬਾ ਕਾਲੂ ਜੀ ਨੇ 100 ਜਨਮ ਭਗਤੀ ਕੀਤੀ ਸੀ। ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਮੇਰੇ ਘਰ ਪੁੱਤਰ ਬਣ ਕੇ ਆਓ, ਮੈਂ ਤੁਹਾਨੂੰ ਗੋਦੀ ਚੁੱਕਾਂ, ਪਿਆਰ ਕਰਾਂ, ਕਿਉਂਕਿ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਪਿਆਰ ਪੁੱਤਰ ਨਾਲ ਹੁੰਦਾ। ਪੁੱਤਰ ਤੋਂ ਵੱਧ ਕੇ ਕੋਈ ਚੀਜ਼ ਪਿਆਰੀ ਨਹੀਂ ਹੁੰਦੀ, ਤੇ ਮੈਂ ਤੁਹਾਨੂੰ ਪਿਆਰ ਕਰਨਾ ਚਾਹੁੰਦਾ ਪੁੱਤਰ ਬਣਾ ਕੇ। ਪਰਮੇਸ਼ਰ ਨੇ ਆਕਾਸ਼ ਬਾਣੀ 'ਚ ਕਿਹਾ ਸੀ ਵੀ ਹੁਣ ਤੇਰਾ ਅਗਲਾ ਜਿਹੜਾ ਜਨਮ ਹੋਏਗਾ ਨਾ, ਉਦੋਂ ਤੇਰੇ ਘਰ ਅਸੀਂ ਪੁੱਤਰ ਬਣ ਕੇ ਆਵਾਂਗੇ, ਪਰ ਤੂੰ ਸਾਨੂੰ ਪਛਾਣ ਨਹੀਂ ਸਕੇਗਾ। ਉਹੀ ਗੱਲ ਹੋਈ, ਕਿਉਂਕਿ ਜੇ ਪਛਾਣ ਲੈਂਦਾ ਤੇ ਫਿਰ ਉਹਨੇ ਪੁੱਤਰ ਵਾਲਾ ਪਿਆਰ ਨਹੀਂ ਸੀ ਕਰਨਾ। ਲੀਲਾ ਤੇ ਪੂਰੀ ਹੋਣੀ ਸੀ ਨਾ, ਤਾਂ ਹੀ ਜੇ ਉਹਨੇ ਨਹੀਂ ਪਛਾਣਿਆ ਤਾਂ ਪੁੱਤਰ ਬਣ ਕੇ ਮਹਾਰਾਜ ਆਏ, ਵਿਹੜੇ 'ਚ ਖੇਡੇ, ਭਾਗ ਲਾਏ। ਜਦੋਂ ਬਾਬੇ ਕਾਲੂ ਦਾ ਮਹੀਨਾ ਕੁ ਬਾਕੀ ਰਹਿ ਗਿਆ ਜੀਵਨ, ਬਿਰਧ ਅਵਸਥਾ ਹੋ ਗਈ 90 ਸਾਲ ਦੇ ਨੇੜੇ, ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਉਮਰ ਵੀ ਉਦੋਂ 55 ਸਾਲ ਤੋਂ ਉੱਤੇ ਹੋ ਗਈ। ਚੌਥੀ ਉਦਾਸੀ ਕਰਕੇ ਪਿੰਡ ਆਏ। ਉਦੋਂ ਬਾਬੇ ਕਾਲੂ ਨੂੰ ਦਰਸ਼ਨ ਕਰਾਏ ਵੀ ਅਸੀਂ ਕੌਣ ਹਾਂ, ਆਖੋ ਸਤਨਾਮ ਸ੍ਰੀ। ਉਦੋਂ ਪਹਿਲਾਂ ਨਹੀਂ ਪਤਾ ਲੱਗਾ, ਉਦੋਂ ਪਤਾ ਲੱਗਾ ਵੀ ਮੇਰੇ ਘਰ ਜਿਹੜਾ ਪੁੱਤਰ ਬਣ ਕੇ ਖੇਡਦਾ ਰਿਹਾ ਤੇ ਪਰਮੇਸ਼ਰ ਹੈ, ਤੇ ਮੈਂ 100 ਜਨਮ ਤੋਂ ਮੰਗਦਾ ਰਿਹਾ। ਤੇ ਜਿਹੜੇ ਬਾਬਾ ਕਾਲੂ ਜੀ ਦੇ ਪਿਤਾ ਸੀ ਬਾਬਾ ਸ਼ਿਵ ਰਾਮ ਜੀ, ਉਹਨਾਂ ਬਾਰੇ ਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਉਹ ਵੀ ਪਰਮੇਸ਼ਰ ਦੀ ਭਗਤੀ ਵਿੱਚ ਲੀਨ ਰਹਿੰਦੇ ਸੀ। ਉਹਨਾਂ ਦੀ ਘਰ ਵਾਲੀ ਮਾਤਾ ਬਨਾਰਸੀ, ਉਹ ਵੀ ਬੜੀ ਮਹਾਨ ਆਤਮਾ ਸੀ। ਉਹਨਾਂ ਦੇ ਪਿਤਾ ਬਾਬਾ ਨਰੈਣ ਦਾਸ ਜੀ, ਉਹ ਵੀ ਬੜੇ ਸਾਧੂ ਸਨ। ਸੋ ਇਹ ਕੁੱਲ ਹੀ ਸਾਰੀ ਭਗਤਾਂ ਦੀ ਬੰਦਗੀ ਕਰਨ ਵਾਲਿਆਂ ਦੀ ਸੀ। ਇਸ ਕੁੱਲ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਅਵਤਾਰ ਧਾਰ ਕੇ ਆਏ ਮਾਤਾ ਤ੍ਰਿਪਤਾ ਜੀ ਦੇ ਉਦਰ ਤੋਂ। ਜੋ ਸਤਿਯੁਗ ਦੇ ਵਿੱਚ ਜੋ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਰੂਪ ਧਾਰਨ ਕੀਤੇ ਹਨ, ਨਰ ਸਿੰਘ ਰੂਪ ਧਾਰਨ ਕੀਤਾ ਸੀ। ਬਾਣੀ 'ਚ ਬਚਨ ਆਏ ਗੁਰੂ ਗ੍ਰੰਥ ਸਾਹਿਬ, ਸਤਿਯੁਗ ਤੈ ਮਾਣਿਓ, ਛਲਿਓ ਬਲ ਬਾਵਨ ਪਾਇਓ, ਤ੍ਰੇਤੈ ਤੈ ਮਾਣਿਓ, ਰਾਮ ਰਘੁਬੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤ ਹੈ ਜਨ ਦੀਓ, ਕਲਯੁਗ ਪ੍ਰਮਾਣ ਨਾਨਕ ਗੁਰੂ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਫਰਮਾਇਓ। ਜਿਹੜਾ ਪਰਮੇਸ਼ਰ ਜੁਗਾਂ ਜੁਗਾਂ ਵਿੱਚ ਆਪਣੇ ਭਗਤਾਂ ਦੀ ਰੱਖਿਆ ਕਰਦਾ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ,
ਉਹ ਪਰਮੇਸ਼ਰ ਨੇ ਇਸ ਕਲਯੁਗ ਵਿੱਚ ਗੁਰੂ ਨਾਨਕ ਦਾ ਰੂਪ ਧਾਰਨ ਕੀਤਾ ਹੈ। ਰਾਮਚੰਦਰ ਦਾ ਰੂਪ ਹੋ ਕੇ ਜਿਸ ਨੇ ਰਾਵਣ ਨੂੰ ਮਾਰਿਆ ਹੈ, ਭਗਤਾਂ ਗਰੀਬਾਂ ਸੰਤਾਂ ਦੀ ਰੱਖਿਆ ਕੀਤੀ ਹੈ। ਦੁਆਪਰ ਯੁਗ ਵਿੱਚ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਕੰਸ ਨੂੰ ਮਾਰਨਾ ਕੀਤਾ ਹੈ। ਉਸੇ ਕੁਲ ਦੇ ਵਿੱਚ ਮਹਾਨ ਪਵਿੱਤਰ ਆਤਮਾ ਬਾਬਾ ਕਾਲੂ ਜੀ ਦੇ ਗ੍ਰਹਿ ਵਿਖੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਅਵਤਾਰ ਧਾਰ ਕੇ ਆਏ ਨੇ। ਬਾਬਾ ਜੀ ਦੇ ਪਿਤਾ ਦਾ ਨਾਮ ਬਾਬਾ ਕਾਲੂ ਦਾਸ ਸੀ, ਕਾਲੂ ਚੰਦ ਸੀ। ਮਾਤਾ ਜੀ ਦਾ ਨਾਮ ਤ੍ਰਿਪਤਾ ਸੀ। ਤ੍ਰਿਪਤ ਜਿਸ ਦੀ ਆਤਮਾ ਸ਼ਾਂਤ ਹੋ ਚੁੱਕੀ ਹੋਵੇ, ਰੱਜੀ ਹੋਵੇ, ਉਸ ਨੂੰ ਤ੍ਰਿਪਤਾ ਕਹਿੰਦੇ ਹੈ। ਪੂਰਨ ਪਰਮਾਤਮਾ ਦੀ ਬੰਦਗੀ ਕਰਕੇ ਜਿਨ੍ਹਾਂ ਦੇ ਮਨ ਦੀਆਂ ਸਮੂਹ ਬਾਸ਼ਨਾਵਾਂ ਨਾਸ਼ ਹੋ ਚੁੱਕੀਆਂ ਸਨ, ਉਹ ਸਨ ਮਾਤਾ ਤ੍ਰਿਪਤਾ ਜੀ। ਇਹਦੇ ਵਿੱਚ ਬੜੇ ਪੱਕੇ ਸਨ, ਭਾਵੇਂ ਮਾਇਆ ਕਰਕੇ ਬਹੁਤੇ ਅਮੀਰ ਨਹੀਂ ਸਨ, ਪਰ ਰੋਟੀ ਚੰਗੀ ਖਾਂਦੇ ਸਨ, ਪਟਵਾਰੀ ਲੱਗੇ ਹੋਏ ਸਨ। ਕੁਛ ਤੇ ਉਹਨਾਂ ਦੀ ਕੁਲ ਦਾ ਹੀ ਪੁੰਨ ਸੀ, ਵੱਡਿਆਂ ਵਡੇਰਿਆਂ ਦਾ। ਕੁਛ ਬਾਬੇ ਕਾਲੂ ਜੀ ਦਾ ਆਪਣਾ ਜਪ ਤਪ ਸੀ 100 ਜਨਮਾਂ ਦਾ। ਮਾਤਾ ਤ੍ਰਿਪਤਾ ਦੀ ਭਗਤੀ ਸੀ, ਉਹ ਸਾਰਾ ਇਕੱਠਾ ਹੋ ਗਿਆ। ਕੁਲ ਦਾ ਵੀ ਤੇ ਆਪਣੇ ਮਾਤਾ ਪਿਤਾ ਦਾ ਪੁੰਨ ਜਦੋਂ ਇਕੱਠਾ ਹੋ ਗਿਆ ਤੇ ਪੁੰਨਾਂ ਦਾ ਹੀ ਫਲ ਸੁੱਖ ਮਿਲਿਆ ਕਰਦਾ। ਸਾਧ ਸੰਗਤ ਜੀ, ਪਾਪਾਂ ਦਾ ਫਲ ਦੁੱਖ ਮਿਲਦਾ ਹੈ। ਪੁੰਨਾਂ ਦਾ ਫਲ ਮਿਲਿਆ, ਪੂਰਵ ਕਰਮ ਅੰਕੁਰ ਜਾ ਪ੍ਰਗਟੇ, ਭੇਟੇ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਨਿਰੰਕਾਰ ਪਰਮੇਸ਼ਰ ਵਾਹਿਗੁਰੂ ਸ੍ਰਿਸ਼ਟੀ ਦਾ ਭਲਾ ਕਰਨ ਲਈ ਬਾਬੇ ਕਾਲੂ ਦੇ ਘਰ ਪੁੱਤਰ ਬਣ ਕੇ ਆ ਗਏ। ਉਹ ਘੜੀ ਵੀ ਚੰਗੀ ਸੀ, ਉਹ ਸਮਾਂ ਵੀ ਬੜਾ ਸੋਹਣਾ ਸੀ, ਉਹ ਘਰ ਵੀ ਚੰਗਾ ਸੀ, ਉਹ ਜਗ੍ਹਾ ਵੀ ਭਾਗਾਂ ਵਾਲੀ ਨਨਕਾਣੇ ਸਾਹਿਬ ਦੀ ਜਿੱਥੇ ਅਵਤਾਰ ਧਾਰਿਆ ਹੈ। ਜਦੋਂ ਇਹ ਪੁੱਤਰ ਦਾ ਜਨਮ ਹੋਇਆ ਤੇ ਮਾਤਾ ਪਿਤਾ ਦੀ ਸੋਭਾ ਵੀ ਵੱਧ ਗਈ। ਸਿੱਧੀਆਂ ਸਿੱਧੀਆਂ ਘਰ 'ਚ ਵਾਸ ਕਰ ਗਈਆਂ। ਉਸ ਵੇਲੇ ਕੁਦਰਤ ਨੇ ਪਹਿਲੇ ਦਿਨ ਹੀ ਕ੍ਰਿਸ਼ਮੇ ਦਿਖਾਣੇ ਸ਼ੁਰੂ ਕਰ ਦਿੱਤੇ। ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤੇ ਬੱਚੇ ਦੇ ਜਨਮ ਦੇ ਨਾਲ ਔਲ ਵੀ ਆਉਂਦੀ ਹੈ। ਉਹਨੂੰ ਔਲ ਕਹਿੰਦੇ ਆ, ਜਿਹਦੇ ਵਿੱਚ ਬੱਚਾ ਲਪੇਟਿਆ ਹੁੰਦਾ ਹੈ। ਦਾਈ ਨਾੜੂਆ ਕੱਟਦੀ ਹੈ, ਔਲ ਕੱਢ ਕੇ ਉਹਨੂੰ ਦੱਬ ਦਿੰਦੇ ਆ, ਫਿਰ ਵੀ ਕੋਈ ਜਾਨਵਰ ਨਾ ਬੇਅਦਬੀ ਕਰੇ, ਨਾ ਖਾਵੇ, ਉਹਨੂੰ ਦੱਬ ਦਿੰਦੇ। ਔਲ ਨਿਕਲਦੀ ਹੈ ਕਿਉਂਕਿ ਆਪਾਂ ਜੇਰ ਦੇ ਜੀਵਾਂ, ਮਨੁੱਖ ਦੀ ਜੂਨੀ ਜਿਹੜੀ ਹੈ, ਉਹ ਜਿਹੜੀ ਜੇਰ ਆਵਲ ਦੱਬਣ ਵਾਸਤੇ ਟੋਆ ਪੁੱਟਣ ਲੱਗੇ। ਜਦੋਂ ਕਈ ਮਾਰ ਕੇ ਬਾਬੇ ਕਾਲੂ ਜੀ ਟੋਆ ਪੁੱਟਿਆ ਨਾ ਆਵਲ ਦੱਬਣ ਲਈ, ਤੇ ਉਹਦੇ ਵਿੱਚੋਂ ਮਾਇਆ ਦਾ ਖਜ਼ਾਨਾ ਨਿਕਲਿਆ, ਸੋਨੇ ਦੀਆਂ ਮੋਹਰਾਂ ਦਾ ਘੜਾ ਨਿਕਲਿਆ। ਚੰਗਾ ਸਗਨ ਵੇਖਿਆ ਵੀ ਇਹ ਬੱਚਾ ਕੈਸਾ ਭਾਗਾਂ ਵਾਲਾ, ਆਉਂਦੇ ਸਾਰੀ ਘਰ ਦੇ ਵਿੱਚ ਧਨ ਵੀ ਆ ਗਿਆ ਹੈ। ਪੰਡਿਤ ਹਰਦਿਆਲ ਜੀ ਜੋ ਬੜੇ ਮਹਾਪੁਰਸ਼ ਬਿਰਤੀ ਵਾਲੇ ਸਨ, ਉਹਨਾਂ ਨੇ ਪੜ੍ਹਿਆ ਹੋਇਆ ਸੀ ਵੀ ਬੇਦੀ ਵੰਸ਼ 'ਚ ਪਰਮੇਸ਼ਰ ਦਾ ਅਵਤਾਰ ਹੋਣਾ ਹੈ। 4500 ਸਾਲ ਪਹਿਲਾਂ ਵੇਦ ਵਿਆਸ ਜੀ ਨੇ ਭਵਿਸ਼ ਪੁਰਾਣ 'ਚ ਲਿਖਿਆ ਹੋਇਆ ਵੀ ਜਦੋਂ ਕਲਯੁਗ 4500 ਬੀਤੇਗਾ ਔਰ ਸਾਰੇ ਪਾਸੇ ਅੰਧਕਾਰ ਹਨੇਰਾ ਪਾਪਾਂ ਦਾ ਛਾਏਗਾ, ਉਦੋਂ ਬੇਦੀ ਵੰਸ਼ ਮਧਰ ਦੇਸ਼ ਦੇ ਅੰਦਰ ਪਰਮੇਸ਼ਰ ਦਾ ਨਾਨਕ ਨਾਮ ਕਰਕੇ ਅਵਤਾਰ ਹੋਏਗਾ। ਸੋ ਉਹ ਬਾਬਾ ਹਰਦਿਆਲ ਜੀ, ਉਹਨਾਂ ਦਾ ਨਾਮ ਸੀ ਪਾਂਧਾ ਜੀ, ਉਹਨਾਂ ਨੂੰ ਸੱਦਿਆ ਗਿਆ। ਬੜੇ ਸਹੀ ਮਾਇਨਿਆਂ ਵਿੱਚ ਜੋਤਿਸ਼ ਵਿਦਿਆ ਦੇ ਆਚਾਰਿਆ ਸਨ। ਨਕਲੀ ਤਾਂ ਬੜੇ ਫਿਰਦੇ ਆ, ਐਵੇਂ ਕਿਸੇ ਨੂੰ ਕੁਝ ਨਾ ਕੁਝ ਦੱਸ ਦੇਣਾ ਤੇ ਅਗਲੇ ਨੂੰ ਬੁੱਧੂ ਬਣਾ ਕੇ ਪੈਸੇ ਝਾੜ ਲੈਣ ਵਾਲੇ ਵਿਰਲੇ ਹੁੰਦੇ ਆ। ਜਿਹੜੇ ਰੱਬ ਨਾਲ ਜੁੜੇ ਹੁੰਦੇ ਆ, ਉਹਨਾਂ ਨੂੰ ਇਸ ਵਿਦਿਆ ਦਾ ਸਹੀ ਗਿਆਨ ਹੁੰਦਾ। ਪਾਂਧੇ ਹਰਦਿਆਲ ਨੂੰ ਸਹੀ ਗਿਆਨ ਸੀ। ਉਹਨੇ ਗੁਰੂ ਨਾਨਕ ਸਾਹਿਬ ਦੀ ਜਨਮ ਪੱਤਰੀ ਜੋ ਬਣਾਈ ਹੈ, ਉਸ ਜਨਮ ਪੱਤਰੀ 'ਚ ਉਹਨੇ ਆਉਣ ਵਾਲਾ ਸਾਰਾ ਸਮਾਂ ਦੱਸਿਆ। ਜਿੰਨੇ ਅਵਤਾਰਾਂ ਦੇ ਲੱਛਣ ਹੁੰਦੇ ਆ ਉਹ ਸਾਰੇ ਦੱਸੇ ਉਹਦੇ ਵਿੱਚ ਕਿ ਇਹ ਪੂਰਨ ਤੌਰ ਤੇ ਮਹਾਪੁਰਸ਼ ਅਵਤਾਰੀ ਪੁਰਸ਼ ਹੀ ਆਏ ਨੇ। ਬਾਰ-ਬਾਰ ਪਾਂਧਾ ਜੀ ਸਤਿਗੁਰਾਂ ਦਾ ਰੂਪ ਵੇਖਦੇ ਸਨ ਤੇ ਮੱਥਾ ਟੇਕਦੇ, ਨਮਸਕਾਰ ਕਰਦੇ। 90 ਸਾਲ ਦਾ ਪੰਡਿਤ ਜੰਮਦੇ ਬੱਚੇ ਨੂੰ ਨਮਸਕਾਰ ਕਰ ਰਿਹਾ ਸੀ ਤੇ ਬਾਬਾ ਕਾਲੂ ਹੈਰਾਨ ਹੋ ਰਿਹਾ ਸੀ। ਪੰਡਿਤ ਜੀ, ਮੇਰੇ ਬੱਚੇ ਨੂੰ ਨਮਸਕਾਰ ਕਿਉਂ ਕਰਦੇ ਹੋ? ਕਹਿੰਦੇ, ਕਾਲੂ ਜੀ, ਤੁਹਾਡਾ ਇਹ ਬੱਚਾ ਕੋਈ ਆਮ ਬੱਚਾ ਨਹੀਂ ਹੈ, ਇਹ ਸਧਾਰਨ ਬੱਚਾ ਨਹੀਂ ਹੈ, ਇਹ ਕੋਈ ਦੇਵੀ ਸ਼ਕਤੀ ਸੰਸਾਰ ਦੇ ਭਲੇ ਲਈ ਆਈ ਹੈ। ਉਹਨੇ ਟੇਵਾ ਲਿਖ ਕੇ ਰੱਖਿਆ, ਜਨਮ ਪੱਤਰੀ ਬਣਾਈ, ਨਾਨਕ ਨਾਮ ਰੱਖਿਆ। ਨਾਨਕ ਤੇ ਨਾਨਕ ਦੇ ਅਰਥ ਵੀ ਪੁੱਛੇ ਸੀ ਬਾਬੇ ਕਾਲੂ ਨੇ ਵੀ ਨਾਨਕ ਦਾ ਕੀ ਮਤਲਬ ਹੈ, ਤੁਸੀਂ ਮੇਰੇ ਬੱਚੇ ਦਾ ਨਾਨਕ ਨਾਮ ਰੱਖਿਆ। ਉਹਨਾਂ ਨੇ ਅਰਥ ਕੀਤੇ ਸੀ ਨਾ ਅਨਕ, ਅਨਕ ਮੈਨੇ ਅਨੇਕ, ਬਹੁਤ ਸਾਰੇ, ਜ਼ਿਆਦਾ, 2 4 6 ਇਹ ਅਨਕ ਹੋ ਜਾਂਦੇ ਆ, 1000 ਲੱਖ ਕਰੋੜ। ਤੇ ਨਾ ਅਨਕ ਦਾ ਮਤਲਬ ਜੋ ਬਹੁਤਾ ਨਾ ਹੋਵੇ, ਕੇਵਲ ਓਨਲੀ ਵਨ, ਇੱਕੋ ਹੀ ਹੋਵੇ। ਆਖੋ ਸਤਨਾਮ ਸ੍ਰੀ। ਨਾਨਕ ਦਾ ਮਤਲਬ ਇੱਕੋ ਹੈ ਭਾਈ, ਇੱਕੋ ਹੈ, ਇਹ ਇੱਕ ਹੈ, ਨਾ ਅਨਕ। ਦੂਸਰਾ ਅਰਥ ਨਾਨ ਅਕ,
ਅੱਕ ਪੰਜਾਬੀ 'ਚ ਕਹਿੰਦੇ ਦੁੱਖ ਨੂੰ, ਜਿਵੇਂ ਆਪਾਂ ਕਹਿੰਦੇ ਮੈਂ ਤੇ ਅੱਕ ਗਿਆ, ਦੁਖੀ ਹੋ ਕੇ ਕਹਿੰਦਾ ਬੰਦਾ ਅੱਕ ਗਿਆ। ਅੱਕ ਨਾਮ ਦੁੱਖ ਕੋ ਵਿਦਤ ਜਗ, ਜਗਤ ਜਾਣਦਾ ਕਿ ਦੁੱਖ ਨੂੰ ਅੱਕ ਕਹਿੰਦੇ ਆ ਪੰਜਾਬੀ ਵਿੱਚ, ਆਮ ਬੋਲੀ ਵਿੱਚ। ਨਾਨ ਅੱਕ, ਜਿਸ ਦਾ ਨਾਂ ਲੈਣ ਨਾਲ ਅੱਕ ਖਤਮ ਹੋ ਜਾਂਦਾ, ਨਹੀਂ ਰਹਿੰਦਾ, ਦੁੱਖ ਖਤਮ ਹੋ ਜਾਂਦੇ। ਦੂਸਰਾ ਅਰਥ ਹੈ, ਪਹਿਲਾ ਅਰਥ ਹੈ ਨਾ ਅਨਕ, ਯਾਨੀ ਬਹੁਤੇ ਨਹੀਂ ਹੈ, ਗੁਰੂ ਨਾਨਕ ਇੱਕੋ ਹੀ ਹੈ, ਉਹਦੀ ਕੋਈ ਰੀਸ ਨਹੀਂ ਕਰ ਸਕਦਾ। ਬੀਜੋ ਸੂਝਾ ਕੋ ਨਹੀਂ ਬਹਿ ਦਲੀਚਾਂ ਪਾਏ, ਦੂਜਾ ਕੋਈ ਸੁਝਦਾ ਹੀ ਨਹੀਂ ਜਿਹੜਾ ਉਹਦੇ ਬਰਾਬਰ ਬਹਿ ਜਾਵੇ। ਤੇ ਦੂਜਾ ਅਰਥ ਹੈ ਵੀ ਜਿਹਦਾ ਨਾਂ ਲੈਣ ਨਾਲ ਦੁੱਖ ਮਿਟ ਜਾਂਦੇ ਆ, ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ। ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਕਹਿਣ ਦੇ ਨਾਲ ਹੀ ਦੁੱਖ ਮਿਟ ਜਾਂਦਾ। ਹਰਦਿਆਲ ਜੀ ਕਹਿਣ ਲੱਗੇ ਪਟਵਾਰੀ ਜੀ, ਇਸ ਬੱਚੇ ਨੂੰ ਬੱਚਾ ਸਮਝ ਕੇ ਬੇਅਦਬੀ ਨਾ ਕਰਿਆ ਜੇ, ਕਿਤੇ ਪੁੱਤਰ ਸਮਝ ਕੇ ਕਿਤੇ ਤੋਹੀਨ ਨਾ ਕਰਿਆ ਜੇ, ਨਿਰਾਦਰ ਨਾ ਕਰਿਆ ਜੇ, ਅਦਬ ਰੱਖਿਆ ਜੇ। ਪੂਰਨ ਪੁਰਸ਼ ਮਹਾਪੁਰਸ਼ ਅਵਤਾਰੀ ਪੁਰਸ਼ ਤੁਹਾਡੇ ਘਰ ਆਇਆ ਹੈ, ਇਦਾਂ ਦੇ ਬੱਚੇ ਆਮ ਨਹੀਂ ਪੈਦਾ ਹੁੰਦੇ। ਨੇਕ ਲੰਕ ਪਰਮੇਸ਼ਰ, ਨੇਕ ਲੰਕ ਬਜੀ ਡੰਕ, ਅਕਾਲ ਪੁਰਖ ਆਪ ਹੀ ਸਮਝੋ ਆ ਗਿਆ ਹੈ। ਇਹਦਾ ਪ੍ਰਤਾਪ ਸਾਰੇ ਸੰਸਾਰ 'ਚ ਛਾਣਾ, ਸਾਰੀ ਦੁਨੀਆ ਨੇ ਇਹਦਾ ਨਾਮ ਜਪਣਾ ਹੈ। ਉਹ ਬੁਰਧ ਹੋ ਚੁੱਕਾ ਸੀ ਹਰਦਿਆਲ, ਤੇ ਉਹਨੂੰ ਇੰਜ ਲੱਗਦਾ ਸੀ ਵੀ ਮੈਂ ਛੇਤੀ ਮਰ ਜਾਣਾ ਹੈ, ਤੇ ਜਦੋਂ ਇਸ ਬੱਚੇ ਨੇ ਵੱਡਾ ਹੋਣਾ ਉਦੋਂ ਮੈਂ ਹੋਣਾ ਕੋਈ ਨਹੀਂ। ਉਹਨੇ ਫਿਰ ਅਕਾਲ ਪੁਰਖ ਅੱਗੇ ਅਰਦਾਸਾਂ ਕੀਤੀਆਂ ਵੀ ਹੇ ਪਰਮੇਸ਼ਰ, ਜਿੰਨਾ ਚਿਰ ਇਹ ਵੱਡਾ ਨਹੀਂ ਨਾ ਹੁੰਦਾ, ਬੋਲਣ ਜੋਗਾ ਨਹੀਂ ਹੁੰਦਾ, ਉਹਨਾਂ ਚਿਰ ਮੇਰਾ ਸਰੀਰ ਰੱਖ ਲੈ, ਉਹਨਾਂ ਚਿਰ ਮੇਰਾ ਸਰੀਰ ਰੱਖ ਲੈ। ਬਾਬੇ ਹਰਦਿਆਲ ਜੀ ਨੇ, ਪੰਡਤ ਜੀ ਨੇ ਅਰਦਾਸ ਕੀਤੀ, ਤੇ ਸੱਚੇ ਪਾਤਸ਼ਾਹ ਜਦੋਂ ਹੋਏ 11 ਸਾਲ ਦੇ, ਤੇ ਜਨੇਊ ਸੰਸਕਾਰ ਹਿੰਦੂ ਧਰਮ ਦੇ ਵਿੱਚ ਹੁੰਦਾ, ਖੱਤਰੀਆਂ ਦੀ ਕੁੱਲ ਦੇ ਮੁਤਾਬਕ 11ਵੇਂ ਸਾਲ 'ਚ ਬਾਬਾ ਜੀ ਨੂੰ ਜਨੇਊ ਪਾਉਣ ਵਾਸਤੇ ਸਾਰਾ ਸਮਾਜ ਇਕੱਠਾ ਕੀਤਾ ਗਿਆ, ਤੇ ਪਾਂਧਾ ਹਰਦਿਆਲ ਜੀ ਆਏ। ਉਹਨਾਂ ਦੀ ਅਰਦਾਸ ਸੀ ਵੀ ਮੈਂ ਇਹਨਾਂ ਤੋਂ ਉਪਦੇਸ਼ ਲੈਣਾ। ਜਦੋਂ ਪਾਂਧਾ ਹਰਦਿਆਲ ਜੀ ਮਹਾਰਾਜ ਦੇ ਗਲ ਜਨੇਊ ਪਾਉਣ ਲੱਗੇ ਤਾਂ ਹਜੂਰ ਨੇ ਉਸ ਵੇਲੇ ਇਨਕਾਰ ਕਰ ਦਿੱਤਾ, ਕਹਿਣ ਲੱਗੇ ਠਹਿਰੋ, ਮੇਰੇ ਗਲ ਕਿਹੜਾ ਜਨੇਊ ਪਾਉਣ ਲੱਗੇ ਹੋ? ਉਹ ਕਹਿੰਦੇ ਕਿੱਦਾਂ ਦਾ ਪਾਈਏ? ਮਹਾਰਾਜ ਕਹਿੰਦੇ ਏਦਾਂ ਦਾ ਪਾਓ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ, ਨਾ ਇਹ ਟੁੱਟੈ ਨਾ ਮਨ ਲੱਗੈ, ਨਾ ਇਹ ਜਲੈ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਇਹ ਸੁਣ ਕੇ ਪਾਂਧਾ ਜੀ ਚਰਨਾਂ ਤੇ ਢਹਿ ਪਏ, ਕਹਿਣ ਲੱਗੇ ਮਹਾਰਾਜ ਮੈਂ ਬਸ ਇਹੀ ਉਡੀਕਦਾ ਸੀ ਕਿ ਤੁਹਾਡੀ ਰਸਨਾ ਤੋਂ ਉਪਦੇਸ਼ ਸੁਣ ਲਵਾਂ, ਮੇਰੀ ਜੀਵਨ ਯਾਤਰਾ ਪੂਰੀ ਹੋ ਗਈ ਹੈ, ਜਿਸ ਕੰਮ ਲਈ ਮੈਂ ਸੰਸਾਰ ਤੇ ਆਇਆ ਸੀ ਮੇਰਾ ਕੰਮ ਬਣ ਗਿਆ। ਉਹ ਪਾਂਧਾ ਜੀ ਥੋੜੇ ਦਿਨਾਂ ਵਿੱਚ ਹੀ ਸੱਚਖੰਡ ਚਲੇ ਗਏ। ਸੋ ਉਹ ਪਾਂਧਾ ਜੀ ਦਾ ਇੱਥੇ ਜ਼ਿਕਰ ਆ ਰਿਹਾ ਕਿ ਉਹ ਪਾਂਧਾ ਕਈ ਵਾਰ ਗੁਰੂ ਨਾਨਕ ਸਾਹਿਬ ਨੂੰ ਘਰ 'ਚ ਮਿਲਣ ਆਇਆ ਕਰਦਾ ਸੀ, ਦੇਖਣ ਆਇਆ ਕਰਦਾ ਸੀ ਰੋਜ਼। ਉਹ ਕਹਿੰਦੇ ਰੱਜਦਾ ਨਹੀਂ ਸੀ ਹੁੰਦਾ ਦਰਸ਼ਨ ਕਰਕੇ, ਇੰਨਾ ਉਹਨੂੰ ਮਹਾਰਾਜ ਨਾਲ ਪ੍ਰੇਮ ਸੀਗਾ। ਜਿਹੜੇ ਧਨਵਾਨ ਪੈਸੇ ਵਾਲੇ ਸੀ, ਉਹਨਾਂ ਦਾ ਜੀ ਕਰਦਾ ਸਾਰਾ ਪੈਸਾ ਚੁੱਕ ਕੇ ਨਾਨਕ ਨੂੰ ਹੀ ਦੇ ਦਈਏ, ਸਾਰਾ ਭੇਟਾ ਕਰ ਦਈਏ ਜੋ ਕੁਝ ਸਾਡੇ ਕੋਲ ਹੈ। ਸਾਧ ਸੰਗਤ ਜੀ, ਰਾਏ ਬੁਲਾਰ ਦੇ ਪਰਿਵਾਰ ਬਾਰੇ ਪਤਾ ਕੀਤਾ ਵੀ ਉਹਨਾਂ ਨੇ 750 ਮੁਰੱਬਾ ਜ਼ਮੀਨ ਰਾਏ ਬੁਲਾਰ ਨੇ ਗੁਰੂ ਨਾਨਕ ਸਾਹਿਬ ਦੇ ਨਾਂ ਕਰਾਈ। ਇੱਕ ਮੁਰੱਬਾ 25 ਕਿੱਲਿਆਂ ਦਾ ਹੁੰਦਾ, ਤੇ ਅੰਦਾਜ਼ਾ ਲਾ ਲਓ 750 ਮੁਰੱਬਾ ਉਹ ਜ਼ਮੀਨ ਪਾਤਸ਼ਾਹ ਦੇ ਨਾਂ ਕਰਾਈ। ਅਜੇ ਮਹਾਰਾਜ ਸੱਚੇ ਪਾਤਸ਼ਾਹ ਦੀ ਉਮਰ ਛੋਟੀ ਸੀ, ਉਦੋਂ ਹੀ ਉਹਨੇ ਭੇਟਾ ਕਰਤਾ ਹੈ। ਧਨਵਾਨ ਕਹਿੰਦੇ ਸਾਰਾ ਧਨ ਇਹਦੇ ਤੋਂ ਲੁਟਾ ਦਈਏ, ਗਰੀਬ ਕਹਿੰਦੇ ਇਹਦੀ ਸੇਵਾ ਕਰੀਏ, ਇਹਦੇ ਤੋਂ ਸਾਨੂੰ ਧਨ ਮਿਲ ਜਾਏਗਾ। ਗਰੀਬ ਕਹਿੰਦੇ ਇਹਦੇ ਤੋਂ ਸਾਡਾ ਘਰ ਭਰੇਗਾ, ਅਮੀਰ ਕਹਿੰਦੇ ਤੋਂ ਘਰ ਲੁਟਾ ਦਈਏ। ਉਹ ਕੈਸੀ ਹਸਤੀ ਸੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰੇ। ਸੁਖਣਾ ਸੁਖਦੇ ਆ, ਇਹਦੇ ਦਰਸ਼ਨ ਹੋ ਗਏ ਨੇ, ਸਾਡਾ ਕੰਮ ਬਣ ਜਾਏਗਾ। ਘਰੋਂ ਨਿਕਲਦੇ ਗੁਰੂ ਨਾਨਕ ਸਾਹਿਬ ਗਲੀ 'ਚ ਖੇਡਦੇ ਹੁੰਦੇ ਛੋਟੇ ਛੋਟੇ, ਤੇ ਲੋਕ ਨਮਸਕਾਰ ਕਰਕੇ ਲੰਘਦੇ ਆ ਵੀ ਅੱਜ ਇਹ ਬੱਚਾ ਸਾਨੂੰ ਮਿਲਿਆ ਨਾ, ਜਿੱਧਰ ਚੱਲੇ ਆ ਉਹ ਕੰਮ ਹੋ ਜਾਏਗਾ, ਸਾਡੀ ਮੁਰਾਦ ਪੂਰੀ ਹੋ ਜਾਏਗੀ। ਇਹ ਕਾਲੂ ਜੀ ਨੂੰ ਭੁੱਲ ਗਿਆ ਹੈ ਕਿ ਮੇਰੇ ਘਰ ਪਰਮੇਸ਼ਰ ਆਇਆ, ਉਹ ਪੁੱਤਰ ਹੀ ਸਮਝਦੇ ਨੇ। ਬਾਬਾ ਜੀ ਕੋਲੋਂ ਕੰਮ ਕਰਾਉਣਾ ਚਾਹੁੰਦੇ ਵੀ ਪੁੱਤਰ ਨਾਨਕ ਹੁਣ ਤੂੰ ਵੱਡਾ ਹੋ ਰਿਹਾ, ਕੋਈ ਕੰਮ ਕਰ ਲੈ। ਆਪਣੇ ਪਿਤਾ ਦੀ ਆਗਿਆ ਵੀ ਨਹੀਂ ਮੋੜਦੇ, 7 ਬਚਨ ਪਿਤਾ ਜੀ ਕਹਿ ਕੇ ਕੰਮ ਲੱਗ ਜਾਂਦੇ ਨੇ। ਪਿਤਾ ਜੀ ਭੇਜਦੇ ਨੇ, ਮਹਾਰਾਜ ਉਧਰ ਹੀ ਚਲੇ ਜਾਂਦੇ ਨੇ। ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਰਹਿੰਦੇ ਨੇ, ਔਰ ਉਹ ਕਰਤਾਰ ਕਰੇਗਾ। ਇਹ ਬੋਲਾ ਸੀ ਗੁਰੂ ਬਾਬਾ ਜੀ ਦਾ, ਸਤ ਕਰਤਾਰ। ਜੇ ਕਿਸੇ ਨੇ ਆ ਕੇ ਮਿਲਣਾ, ਜਿਵੇਂ ਆਪਾਂ ਹੁਣ ਫਤਿਹ ਜਾਂਦੇ ਆ, ਪਹਿਲਾ ਬੋਲਾ ਹਜੂਰ ਦਾ ਸੀ ਸਤ ਕਰਤਾਰ। ਕੋਈ ਆਵੇ ਉਹ ਵੀ ਮਹਾਰਾਜ ਨੂੰ ਸਤ ਕਰਤਾਰ ਕਹਿਣਾ, ਮਹਾਰਾਜ ਨੇ ਵੀ ਸਤ ਕਰਤਾਰ ਕਹਿਣਾ।
तो सत करतार भाई, करतार सच्चा है, करतार करेगा, ये बोला रखते सन। अपने साथी बच्चों नूं भी खिडांदियां होया यही उपदेश दिंदे सी भी सत करतार जपिया। मर्दाना थोड़ा उम्र च वड्डा सी, उहदे नाल दोस्ती पा लई। उदों कोई वधिया साज तां नहीं सी मिलिया, कानियां दा बना के ना तूंबा ते मर्दाने नूं फड़ाता, वजाई जा असीं गावांगे तूं वजाया कर। नाल उन्हां ने लीला कीती, बाल लीला। मझां चारन गए, खेती उजाड़ दित्ती। जदों शिकायत हुई राय बुलार कोल ते महाराज नूं सद्दिया, बाबे कालू नूं सद्दिया कि तू अपना मस्ताना पुत्र भेज दिता डंगर चारने ते विचारे गरीब जट दी सारी मूंजी खा गए। ते जदों महाराज नूं पुछया बापू ने, महाराज कहंदे कित्थे खेती उजड़ी, एक तीला भी नहीं, जाके वेखो तो सही। जदों जाके वेख्या ते खेत उसे तरह लहरा रहा, एक तीला भी नहीं टुटा, एक बूटा भी नहीं टुटा। इदां दे जदों कौतक राय बुलार ने वेखे, सप ने छां करन वाला कौतक वेख्या, दरखत की छां टिके रहन वाला कौतक वेख्या, ते फिर राय बुलार मुरीद बन गया। राय बुलार ने देखा एक दिन बाबा सुता पिया, दरखत की छां ढल गई है ते सप छां करके सिर दे उत्ते खड़ा, एडा बड़ा फन करके सप मूंह दे उत्ते। राय बुलार डर गया दूरों भी इस बच्चे नूं सप ने डंग लिया। घोड़ी तो उतर के जदों राय बुलार नेड़े आन लगा, सप उथों सरक के गुप्त हो गया ते आके वेख्या ते महाराज उठ के बैठ गए। फिर उन्होंने समझ आई भी ये बालक कोई आम बालक नहीं, कोई अलौकार शक्ति का मालक है जिन्होंने सप भी छावां कर दे। क्योंकि साध संगत जी सप तो करूर दुनिया दे कोई चीज नहीं है, सप सब तो करूर मन्निया जाता। वो करूर तो करूर भी बाबे नानक दे सेवक बन गए है, तो फिर इंसान क्यों नहीं बननगे? इंसाना का दिल क्यों नहीं बदलेगा? कुल दुनिया की बिरती बदल देने वाला है बाबा। और भी बड़े अचंभे कौतक होए, कुछ राय बुलार ने कन्नां नाल सुने ते कुछ अखां नाल देख ले। राजे दा राय बुलार दा मन बाबे नानक ते पूरी तरह पतीज, अपने घर सद के आदर करदा सी ते कहंदा हुंदा सी, कालू तू नानक दी नरादरी ना करया कर। जदों 20 रुपये दा बाबा जी हरजा कर आए, बाबे कालू ने चपेड़ा मारियां ते राय बुलार नूं पता लगा, उन्हें आख्या तू 20 दे 40 लै जा, पर मेरे नानक नूं कुछ ना आखी। अगे नूं भावें 1000 दा उजाड़ा कर देवे, भावें लाख दा कर देवे, मैं भरांगा, तू इहदे बारे इहनूं ना कुछ आखी। सो ओ राय बुलार इन्ना सेवक ते मुरीद बन गया। कहंदे राय बुलार ने आदर कीता और सत्कार किया, अपने पुत्र नूं भी गुरु नानक दा सेवक बनाया सी। जिहड़ा वजीर आजम हिंद होया वो राय बुलार दा पुत्र सी। बाद विच बादशाह सिकंदर लोधी दे समय वजीर आजम सीगा। जदों वजीर आजम ने ते दौलत खान दे 4 पुत्रां ने सिकंदर लोधी बादशाह नूं रोकिया सी कुकर्म करन तो, भी तू जुल्म ना करया कर। ते सिकंदर लोधी ने उन्हां 4 पुत्रां नूं ते वजीर आजम राय बुलार दे बेटे नूं कैद कर लिया सी, जिहदे करके दौलत खान लोधी नूं ਉਹਦੇ ਪੁੱਤਰਾਂ ਨੇ ਜੇਲ੍ਹ ਚੋਂ ਚਿੱਠੀ ਲਿਖੀ ਸੀ। ਉਹ ਲੁਧਿਆਣੇ ਆ ਕੇ ਰਹਿੰਦਾ ਸੀ ਵੀ ਤੁਸੀਂ ਬਾਪੂ ਜੀ ਜਦੋਂ ਸਾਡੀ ਚਿੱਠੀ ਪਹੁੰਚੇਗੀ ਅਸੀਂ 5 ਜਣੇ ਮਾਰੇ ਜਾ ਚੁੱਕੇ ਹੋਵਾਂਗੇ, ਪਰ ਸਾਡੀ ਮੌਤ ਦਾ ਬਦਲਾ ਲਿਆ ਜੇ। ਤੇ ਤੁਸੀਂ ਇਹ ਕਹੋਗੇ ਵੀ ਬੁੱਢੇ ਹੋ ਗਏ ਕਿਵੇਂ ਬਦਲਾ ਲਈਏ? ਤੁਸੀਂ ਘਬਰਾਇਆ ਜੇ ਨਾ, ਪੀਰ ਨਾਨਕ ਕੋਲ ਜਾਇਆ ਜੇ, ਪੀਰ ਨਾਨਕ ਸਾਡਾ ਬਦਲਾ ਲਵੇਗਾ। ਤੇ ਫਿਰ ਉਹ ਗੁਰੂ ਨਾਨਕ ਸਾਹਿਬ ਕੋਲ ਰੋੜੀ ਸਾਹਿਬ ਅਹਿਮਦਾਬਾਦ ਦੌਲਤ ਖਾਂ ਪਹੁੰਚਿਆ ਸੀ। ਉਹ ਬੱਚਿਆਂ ਦੀ ਚਿੱਠੀ ਪੜ੍ਹ ਕੇ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਸੱਦਿਆ ਸੀ ਤੇ ਬਾਬਰ ਨੇ ਆ ਕੇ ਮੁਗਲਾਂ ਪਠਾਨਾਂ ਨਾਲ ਜੰਗ ਕੀਤੀ। ਜਿਵੇਂ ਲੋਹਾ ਪਾਰਸ ਨੂੰ ਛੂਹ ਕੇ ਸੋਨਾ ਬਣ ਜਾਂਦਾ ਹੈ, ਰਾਏ ਬੁਲਾਰ ਗੁਰੂ ਨਾਨਕ ਦੇਵ ਜੀ ਦੀ ਸੰਗਤ ਕਰਕੇ ਸੋਨਾ ਬਣ ਗਿਆ। ਅੱਜ ਉਹਦਾ ਨਾਮ ਅਮਰ ਹੋ ਗਿਆ। ਵੈਸੇ ਤਾਂ ਉਸ ਸਮੇਂ ਵੀ ਬੜੇ ਬੜੇ ਰਾਏ ਹੋਣਗੇ, बड़े बड़े राजे महाराजे होर भी होणगे, लखां ही सन, पर कोई किसी का नाम लैंदा जिन्ने सत्कार नाल राय बुलार जी का नाम लिया जाता है। वो गुरु नानक नूं छूह के पारस की तरह पारस तो पारस ही बन गया। ऐसी महाराज ने किरपा की, बख्शिश की। जदों सतगुरु जी हुशियार हो गए, भाव थोड़े वड्डे हो गए। जन्म साखी च लिखिया, जां बाबा बरसां 7 दा होया,
7 ਸਾਲਾਂ ਦੇ ਹੋਏ ਤੇ ਪਾਂਧੇ ਕੋਲ ਪੜਨ ਵਾਸਤੇ ਭੇਜੇ ਗਏ। ਪਾਂਧੇ ਨੇ ਗੁਰੂ ਨਾਨਕ ਸਾਹਿਬ ਨੂੰ ਪੜ੍ਹਾਉਣਾ ਸੀ ਤੇ ਗੁਰੂ ਨਾਨਕ ਸਾਹਿਬ ਪਾਂਧੇ ਨੂੰ ਪੜ੍ਹਾ ਆਏ। ਇਹ ਕਥਾ ਜਨਮ ਸਾਖੀਆਂ ਵਿੱਚ ਹੈ, ਨਾਨਕ ਪ੍ਰਕਾਸ਼ ਵਿੱਚ ਹੈ ਵੀ ਮਹਾਰਾਜ ਨੂੰ ਪਾਂਧਾ ਕਹਿੰਦਾ, ਪੁੱਤਰ ਮੈਂ ਤੈਨੂੰ ਲੇਖਾ ਪੜਾਵਾਂਗਾ, ਹਿਸਾਬ ਕਿਤਾਬ। ਤੇ ਮਹਾਰਾਜ ਕਹਿੰਦੇ, ਪਾਂਧਾ ਜੀ ਅਸਲੀ ਲੇਖਾ ਪੜਾਓਗੇ ਕਿ ਨਕਲੀ ਪੜਾਓਗੇ? ਉਹ ਕਹਿੰਦਾ, ਪੁੱਤਰ ਅਸਲੀ ਲੇਖਾ ਕਿਹੜਾ ਹੁੰਦਾ? ਤੇ ਮਹਾਰਾਜ ਕਹਿੰਦੇ, ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗਿਆ ਤਿੱਥੇ ਹੋਏ ਸੱਚਾ ਨਿਸ਼ਾਨ। ਸੱਚੇ ਲੇਖੇ ਦੀ ਜਾਂਚ ਦੱਸਦੀ ਪਾਂਧਾ ਗੋਪਾਲ ਚੰਦ। ਜਿਹੜੇ ਪਾਂਧੇ ਨੇ ਜਨਮ ਪੱਤਰੀ ਬਣਾਈ ਉਹ ਹਰਦਿਆਲ ਸੀਗਾ। ਜਿਹੜਾ ਪੜ੍ਹਾਉਣ ਵਾਲਾ ਸੀ ਉਹਦਾ ਨਾਂ ਪਾਂਧਾ ਗੋਪਾਲ ਸੀ। ਪਾਂਧਾ ਗੋਪਾਲ ਵੀ ਮੁਰੀਦ ਬਣ ਗਿਆ, ਸੇਵਕ ਬਣ ਗਿਆ। ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਮੌਲਵੀ ਕੋਲ ਤੁਰਕੀ, ਅਰਬੀ, ਫਾਰਸੀ ਪੜ੍ਹਨ ਪਾਇਆ ਤੇ ਉਹ ਵੀ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਕੇ ਮੁਰੀਦ ਬਣ ਗਏ। ਗੁਰੂ ਨਾਨਕ ਸਾਹਿਬ ਨੇ ਬੜੇ ਬੜੇ ਅਚੰਭੇ ਕੌਤਕ ਦਿਖਾਏ ਦੁਨੀਆ ਨੂੰ। ਫਿਰ ਗੁਰੂ ਨਾਨਕ ਸਾਹਿਬ ਦਾ ਜਦੋਂ ਵਿਆਹ ਹੋਇਆ, ਮਹਾਰਾਜ ਦੇ 2 ਪੁੱਤਰ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ, ਧੰਨ ਧੰਨ ਬਾਬਾ ਲਖਮੀ ਚੰਦ ਜੀ ਪੈਦਾ ਹੋਏ। ਬਾਬਾ ਕਾਲੂ ਜੀ ਕੰਮ ਕਰਾਉਣਾ ਚਾਹੁੰਦੇ ਸੀ ਆਪਣੇ ਪੁੱਤਰ ਨਾਨਕ ਨੂੰ, ਕੰਮਕਾਰ ਵਿੱਚ, ਸੰਸਾਰ ਦੇ ਧੰਦਿਆਂ ਵਿੱਚ ਲਾਣਾ ਚਾਹੁੰਦੇ ਸਨ। ਇਹ ਕਹਿੰਦੇ ਸਨ, ਪੁੱਤਰ ਨਾਨਕ ਖੱਟੀ ਕਮਾਈ ਕਰਨੀ ਚਾਹੀਦੀ ਹੈ, ਕੋਈ ਪੈਸਾ ਜੋੜਨਾ ਚਾਹੀਦਾ, ਅੱਗੇ ਆਉਣ ਵਾਲੇ ਸਮਝ ਜੋੜਿਆ ਹੋਇਆ ਪੈਸਾ ਗ੍ਰਸਤੀਆਂ ਦੇ ਕੰਮ ਆਉਂਦਾ। ਗੁਰੂ ਨਾਨਕ ਦੇਵ ਜੀ ਉਹ ਰਾਹ ਨਹੀਂ ਸੀ ਪੈਂਦੇ। ਜੇ 20 ਰੁਪਏ ਬਾਪੂ ਨੇ ਦਿੱਤੇ ਸੀ ਤੇ ਉਹ ਵੀ ਸਾਧੂਆਂ ਨੂੰ ਖਵਾ ਕੇ ਆ ਗਏ ਸਨ। ਮਾਤਾ ਪਿਤਾ ਇਸ ਗੱਲ ਕਰਕੇ ਥੋੜੇ ਨਾਰਾਜ਼ ਵੀ ਰਹਿੰਦੇ ਸਨ, ਖਾਸ ਕਰਕੇ ਪਿਤਾ ਕਾਲੂ ਜੀ ਤਾਂ ਨਾਰਾਜ਼ ਹੀ ਰਹਿੰਦੇ ਸਨ ਵੀ ਮੇਰਾ ਪੁੱਤਰ ਮੇਰੇ ਕਹਿਣੇ ਵਿੱਚ ਮਾਇਆ ਨਹੀਂ ਕਮਾਉਂਦਾ, ਇਹ ਕਿਉਂ ਨਹੀਂ ਦੁਨੀਆਦਾਰਾਂ ਵਾਲੀ ਸੋਚ ਕਿਉਂ ਨਹੀਂ ਰੱਖਦਾ। ਸ੍ਰੀ ਗੁਰੂ ਨਾਨਕ ਸਾਹਿਬ ਤਾਂ ਬੇਪਰਵਾਹ ਸਨ। ਰੰਗ ਹੱਸਹਿ ਰੰਗ ਰੋਵਹਿ, ਚੁੱਪ ਵੀ ਕਰ ਜਾਹੇ, ਪਰਵਾਹ ਨਾਹੀ ਕਿਸੈ ਕੇਰੀ, ਬਾਝ ਸੱਚੇ ਨਾ। ਇੱਕ ਵਾਹਿਗੁਰੂ ਤੋਂ ਬਿਨਾਂ ਕਿਸੇ ਚੀਜ਼ ਦੀ ਪਰਵਾਹ ਨਹੀਂ ਸੀ। ਮਹਾਰਾਜ ਹਰ ਵੇਲੇ ਰਬਾਬ ਫੜ ਕੇ ਸ਼ਬਦ ਕੀਰਤਨ ਵਿੱਚ ਤਨਮਈ ਲੀਨ ਰਹਿੰਦੇ ਸਨ। ਮਰਦਾਨੇ ਨਾਲ ਹੀ ਪਰਚਾਵਾ ਰੱਖਿਆ ਹੋਇਆ ਸੀ, ਸੰਤਨ ਸਿਓ ਮੇਰੀ ਲੇਵਾ ਦੇਵੀ, ਸੰਤਨ ਸਿਓ ਬਿਵਹਾਰਾ, ਸੰਤਨ ਸਿਓ ਹਮ ਲਾਹਾ ਖਾਟਿਆ, ਭਗਤ ਭਰੇ ਭੰਡਾਰਾ। ਮਰਦਾਨਾ ਗੁਰੂ ਨਾਨਕ ਸਾਹਿਬ ਨਾਲ ਪਰਚਿਆ ਰਹਿੰਦਾ ਸੀ, ਉਹ ਰਬਾਬ ਵਜਾਉਂਦਾ ਸੀ ਤੇ ਬਾਬਾ ਜੀ ਭਜਨ ਕੀਰਤਨ ਕਰਦੇ ਸਨ। ਲੈਣ ਦੇਣ ਦਾ ਕੋਈ ਦੁਨੀਆ ਨਾਲ ਦਾਵਾ ਹੀ ਨਹੀਂ ਸੀ ਰੱਖਦੇ। ਖਬਰ ਜਦੋਂ ਭਾਈਏ ਜੈ ਰਾਮ ਨੂੰ ਪਹੁੰਚੀ ਤੇ ਕਥਾ ਤਾਂ ਬੜੀ ਲੰਮੀ ਹੈ ਵੀ ਰਾਏ ਬੁਲਾਰ ਨੇ ਜੈ ਰਾਮ ਨੂੰ ਆਪਣੇ ਕੋਲ ਬੁਲਾਇਆ। ਸੂਰਜ ਪ੍ਰਕਾਸ਼ ਵਿੱਚ, ਨਾਨਕ ਪ੍ਰਕਾਸ਼ ਇਉਂ ਕਥਾ ਹੁੰਦੀ ਹੈ। ਰਾਏ ਬੁਲਾਰ ਨੇ ਆਖਿਆ, ਪੁੱਤਰ ਜੈ ਰਾਮ, ਜਿਹੜਾ ਸਾਡਾ ਨਾਨਕ ਹੈ ਨਾ, ਇਹ ਰੱਬ ਦਾ ਨੂਰ ਹੈ, ਇਹ ਰੱਬ ਦਾ ਭਗਤ ਹੈ। ਤੇ ਜੈ ਰਾਮ ਜਿਹੜਾ ਤੇਰਾ ਸਹੁਰਾ ਹੈ ਕਾਲੂ, ਨਾਨਕ ਦਾ ਪਿਓ, ਇਹ ਉਹਦੀ ਰਮਜ ਨਹੀਂ ਸਮਝਦਾ, ਇਹ ਕਈ ਵਾਰ ਬੇਅਦਬੀ ਕਰਦਾ। ਤੇ ਮੈਂ ਚਾਹੁੰਦਾ ਵੀ ਨਾਨਕ ਰੱਬ ਦੀ ਬੰਦਗੀ ਕਰੇ ਤੇ ਇਹਦਾ ਪਿਓ ਦਖਲ ਨਾ ਦੇਵੇ। ਇਹ ਤਾਂ ਹੀ ਹੋ ਸਕਦਾ, ਤੂੰ ਨਾਨਕ ਨੂੰ ਸੁਲਤਾਨਪੁਰ ਲੈ ਜਾ, ਉੱਥੇ ਜਾ ਕੇ ਨਾਨਕ ਜੋ ਮਰਜ਼ੀ ਕਰੇ ਨਾ ਕਰੇ, ਜੇ ਉਹ ਕੰਮ ਕਰੇ ਤਾਂ ਵਾਹ ਵਾਹ, ਨਾ ਕਰੇ ਤਾਂ ਵੀ ਖਰਚਾ ਮੈਂ ਦਿਆਂਗਾ, ਤੂੰ ਚਿੰਤਾ ਨਾ ਕਰੀ, ਨਾਨਕ ਨੂੰ ਉੱਥੇ ਲੈ ਜਾ। ਤੋ ਜੈ ਰਾਮ ਜੀ ਜਦੋਂ ਆਏ ਸਨ ਸ੍ਰੀ ਨਨਕਾਣਾ ਸਾਹਿਬ ਤਲਵੰਡੀ ਵਿਖੇ, ਉਹ ਮਹਾਰਾਜ ਦਾ ਬਹਿਨੋਈ ਸੀ, ਯਾਨੀ ਜੀਜਾ ਲੱਗਦਾ ਸੀ, ਬੇਬੇ ਨਾਨਕੀ ਦਾ ਘਰ ਵਾਲਾ ਸੀ। ਇਸ ਕਰਕੇ ਭਾਈਆ ਜੈ ਰਾਮ ਜੋ ਸੁਲਤਾਨਪੁਰ ਰਹਿੰਦਾ ਸੀ, ਉਹਦੇ ਨਾਲ ਗੁਰੂ ਬਾਬਾ ਜੀ ਨੂੰ ਤੋਰਨ ਦੀ ਤਰਕੀਬ ਜਿਹੜੀ ਹੈ ਉਹ ਰਾਏ ਬੁਲਾਰ ਨੇ ਬਣਾਈ ਸੀ। ਸੁਲਤਾਨਪੁਰ ਦੇ ਵਿੱਚ ਉਸ ਵੇਲੇ ਪੰਜਾਬ ਦੀ ਰਾਜਧਾਨੀ ਸੀ, ਨਵਾਬੀ ਸੀ ਇੱਥੇ, ਨਵਾਬ ਦੌਲਤ ਖਾਨ ਇੱਥੋਂ ਦਾ ਪੂਰੇ ਪੰਜਾਬ ਦਾ ਹੁਕਮਰਾਨ ਸੀ। ਇਹਦਾ ਨਾਮ ਦੌਲਤ ਖਾਨ ਲੋਧੀ ਕਿਹਾ ਜਾਂਦਾ ਹੈ। ਲੋਧੀ ਪਠਾਨਾਂ ਦਾ ਹਿੰਦੁਸਤਾਨ ਤੇ ਉਦੋਂ ਰਾਜ ਸੀਗਾ ਤੇ ਹਿੰਦੁਸਤਾਨ ਦਾ ਬਾਦਸ਼ਾਹ ਇਬਰਾਹਿਮ ਲੋਧੀ, ਸਿਕੰਦਰ ਲੋਧੀ ਉਸ ਵੇਲੇ ਦਿੱਲੀ 'ਚ ਰਾਜ ਕਰਦੇ ਸਨ। ਤੇ ਜਿਹੜਾ ਇਹ ਦੌਲਤ ਖਾਨ ਲੋਧੀ ਸੀ ਉਹ ਪੰਜਾਬ ਦਾ ਸੂਬੇਦਾਰ ਸੀ, ਗਵਰਨਰ ਸੀ ਉਸ ਵੇਲੇ। ਜਾ ਕੇ ਜੈ ਰਾਮ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਦੌਲਤ ਖਾਨ ਦੇ ਕੋਲ ਜਾ ਕੇ ਪੇਸ਼ ਕੀਤਾ
ਮਿਲਾਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦੌਲਤ ਖਾਨ ਦੇ ਨਾਲ। ਆਪ ਦੌਲਤ ਖਾਨ ਦਾ ਮੋਤੀ ਖਾਨਾ ਪ੍ਰਸਿੱਧ ਸੀ, ਉਹਦੀ ਸੇਵਾ ਜ਼ਿੰਮੇਵਾਰੀ ਜਗਤ ਗੁਰੂ ਨਾਨਕ ਸਾਹਿਬ ਜੀ ਨੂੰ ਦਿੱਤੀ ਗਈ। ਸੁਲਤਾਨਪੁਰ ਰਹਿੰਦੇ ਰਹਿੰਦੇ ਸੱਚੇ ਪਾਤਸ਼ਾਹ ਜੀ ਮੋਹ ਮਾਇਆ ਤੋਂ ਪੂਰੀ ਤਰ੍ਹਾਂ ਉਪਰਾਮ ਹੋ ਗਏ। ਸੰਸਾਰ ਦੇ ਕੰਮਾਂ ਵੱਲੋਂ ਉਪਰਾਮ ਹੋ ਗਏ, ਉਦਾਸੀਨ ਹੋ ਗਏ। ਉਦਾਸ ਦਾ ਇੱਕ ਅਰਥ ਹੁੰਦਾ ਜਿਹੜੇ ਆਪਾਂ ਲੈਨੇ ਆ ਵੀ ਬੰਦਾ ਨਿੰਮੋ ਝੂਣਾ ਜਿਹਾ ਹੋ ਜਾਵੇ ਤੇ ਉਹਨੂੰ ਕਹਿੰਦੇ ਉਦਾਸ ਹੋ ਗਿਆ, ਇਹ ਨਹੀਂ। ਇਹ ਸਾਡਾ ਅਰਥ ਹੈ ਨੀਵੀਂ ਬਿਰਤੀ ਵਾਲਾ। ਅਸਲ अर्थ है उद आसीन। उद मैंने ऊपर, आसीन मैंने बैठना, संसार तो ऊपर बैठना। जिथे संसार दे लोकां दी बिरती नहीं जा सकती, सोच नहीं जा सकती, उस तो ऊपर चला गया बाबा नानक। उदासीन हो गए सच्चे पातशाह, उदासी की रीत चलाई। महाराज वही नदी ते रोज इशनान करन जांदे सन। एक नौकर कपड़े साਂਭਣ वास्ते नाल जाया करदा सी। महाराज गुरु नानक साहब जी वही नदी दे कंढे कपड़े उतार के अपने सेवक नूं फड़ा दिते ते आप नदी 'ਚ चुब्बा लाया। महाराज दा नौकर बाहर देखदा रहा भी हुण आउंदे ने, हुण आउंदे ने, हुण आउंदे ने। पहला तां अद्धी घड़ी वेखिया, 5-7 मिनट पानी चों बाहर कोई ना निकले ते बाहर वालियां नूं चिंता हो ही जांदी है, क्योंकि पानी 'ਚ बंदा मिनट रह लेगा, 2 मिनट रह लेगा, 5 मिनट बहुत लम्मा साह कड्ढे तां बड़ा औखा काम है। कहंदे घड़ी हो गई, फिर अद्धा 2 घड़ी हो गई, घंटा 1.5 घंटा, पैर पूरा हो गया। पहरेदार जिहड़ा बाहर खड़ा सी ਉਹਨੂੰ चिंता हो गई। उस नौकर ने वेख्या भी हुण नानक जी डुब गए ने, बाहर नहीं निकलते, ਉਹਨੇ रौला पा दिता। नानक जी डुब गए, डुब गए, डुब गए दा रौला पा के ਉਹ नौकर दौड़िया ते सारे शहर दे लोग उधर दौड़े भी की हो गया। गुरु नानक साहब जी नाल सब दा प्यार सी, क्योंकि हिंदू भी आउंदे सी मोदी खाने 'ਚ, मुसलमान भी आउंदे सी। बाबा जी 13 करके सब दियां झोलियां भरी जांदे सी ते हर इंसान गरीब अमीर उन्हां दा सत्कार करदा सी। ये बड़े दुख दी खबर आई कि नानक डुब गया। सारे शहर दे लोग नदी दे कंढे ते आए। राय जो उत्थों दा दौलत खान नवाब सीगा वो भी देखण आया। दौलत खान लोधी ने गुरु नानक साहब दा शरीर लभण वास्ते कि उन्हां दा शरीर ही लभ जावे, नदी चों कढ लईए, ਵੱਡੇ ਵੱਡੇ ਜਾਲ ਪਾਣੀ ਵਿੱਚ ਪਵਾ ਦਿੱਤੇ। ਪਰ ਸਰੀਰ ਤੇ ਤਾਂ ਹੁੰਦਾ ਜੇ ਉੱਥੇ ਸਰੀਰ ਹੁੰਦਾ। ਜਿਹੜੀ ਚੀਜ਼ ਪਾਣੀ 'ਚ ਹੈ ਹੀ ਨਹੀਂ, ਉਹ ਪਾਣੀ 'ਚੋਂ ਲੱਭਣੀ ਕਿਵੇਂ ਆ। ਮਹਾਰਾਜ ਤਾਂ ਸਣੇ ਦੇ ਸੱਚਖੰਡ ਅਕਾਲ ਪੁਰਖ ਦੇ ਦਰਬਾਰ 'ਚ ਜਾ ਪਹੁੰਚੇ ਸਨ। ਲੋਕ ਗੱਲਾਂ ਕਰਨ ਲੱਗ ਪਏ ਵੀ ਜੇ ਪਾਣੀ 'ਚ ਨਾਨਕ ਦਾ ਸਰੀਰ ਨਹੀਂ ਲੱਭਾ, ਇਹਦਾ ਮਤਲਬ ਹੈ ਸਰੀਰ ਕਿਤੇ ਦੂਰ ਰੁੜ ਗਿਆ ਹੈ, ਜਾਂ ਕਿਤੇ ਪਰਲੇ ਪਾਸੇ ਨਾਨਕ ਲੰਘ ਕੇ ਪਰਲੇ ਪਾਸੇ ਜਾ ਬੈਠਾ ਹੈ। ਪਿੰਡ ਵਾਲੇ ਲੋਕਾਂ ਨੇ ਬੇੜੀਆਂ 'ਚ ਬਹਿ ਕੇ ਪਰਲੇ ਪਾਸੇ ਜਾ ਕੇ ਖੇਤਾਂ ਵਿੱਚ ਭਾਲ ਤਲਾਸ਼ ਸ਼ੁਰੂ ਕਰ ਦਿੱਤੀ। ਜਿੰਨੇ ਝਾੜ ਸਨ, ਖੇਤ ਸਨ, ਕਮਾਦ ਸਨ, ਚਰੀਆਂ ਸਨ, ਸਭ ਥਾਂ ਤੇ ਲੱਭ ਲੱਭ ਕੇ ਥੱਕ ਗਏ। ਗੁਰੂ ਨਾਨਕ ਪਾਤਸ਼ਾਹ ਖੇਤਾਂ 'ਚ ਬੈਠੇ ਹੁੰਦੇ ਤੇ ਲੱਭਦੇ। ਸੱਚੇ ਪਾਤਸ਼ਾਹ ਮਹਾਰਾਜ ਨਾ ਨਦੀ 'ਚੋਂ ਲੱਭੇ ਨਾ ਖੇਤਾਂ ਵਿੱਚੋਂ ਲੱਭੇ। ਗੁਰੂ ਨਾਨਕ ਸਾਹਿਬ ਦਾ ਪਰਛਾਵਾਂ ਵੀ ਕਿਤੋਂ ਨਹੀਂ ਲੱਭਿਆ। ਅਖੀਰ ਲੋਕ ਇਹ ਕਹਿਣ ਲੱਗੇ ਬੜਾ ਚੰਗਾ ਹੁੰਦਾ ਸੀ ਨਾਨਕ, ਵਿਚਾਰਾ ਰੁੜ ਗਿਆ ਹੈ ਪਾਣੀ ਦੇ ਵਿੱਚ। ਆਈਏ ਜੈ ਰਾਮ ਦੇ ਘਰ ਪਿੱਟਣਾ ਪੈ ਗਿਆ, ਦੁਨੀਆ ਰੋਣ ਲੱਗ ਪਈ, ਸਾਰੇ ਪਾਸੇ ਅਫਸੋਸ ਕਰਨ ਆ ਗਏ। ਨਾਨਕ ਪ੍ਰਕਾਸ਼ ਵਿੱਚ ਭਾਈ ਸੰਤੋਖ ਸਿੰਘ ਜੀ ਕਥਾ ਲਿਖਦੇ ਨੇ, ਉਹ ਕਹਿੰਦੇ ਸਾਰੀ ਦੁਨੀਆ ਰੋ ਰਹੀ ਸੀ, ਇੱਕ ਬੇਬੇ ਨਾਨਕ ਹੀ ਨਹੀਂ ਸੀ ਰੋਂਦੀ। ਜੈ ਰਾਮ ਰੋ ਰਿਹਾ ਸੀ ਅੰਦਰ ਬਹਿ ਕੇ। ਉਹਦੇ ਮਨ 'ਚ ਇਹ ਗੱਲ ਆਉਂਦੀ ਸੀ ਵੀ ਨਾਨਕ ਜੀ ਪਾਣੀ ਵਿੱਚ ਡੁੱਬੇ ਨੇ, ਲੋਕਾਂ ਨੇ ਇਹ ਕਹਿਣਾ ਵੀ ਮੋਦੀ ਖਾਨੇ ਤੇ ਸਾਰਾ ਮਾਲ ਲੁਟਾਈ ਜਾਂਦਾ ਸੀ, ਹਿਸਾਬ ਕਿਤਾਬ ਦੇਣ ਦਾ ਮਾਰਾ ਡੁੱਬ ਗਿਆ। ਬੇਇੱਜ਼ਤੀ ਹੋਵੇਗੀ, ਅਪਮਾਨ ਹੋਵੇਗਾ। ਦੁੱਖ ਵੀ ਸੀ ਮਹਾਰਾਜ ਦੇ ਡੁੱਬਣ ਦਾ। ਤੇ ਬੇਬੇ ਨਾਨਕੀ ਆਪਣੇ ਪਤੀ ਨੂੰ ਕਹਿੰਦੀ ਸੀ, ਸਵਾਮੀ ਜੀ ਤੁਸੀਂ ਕਿਉਂ ਘਬਰਾਉਂਦੇ ਹੋ? ਉਹ ਜਿਹੜਾ ਦੁਨੀਆ ਨੂੰ ਤਾਰਨ ਆਇਆ ਕਦੀ ਆਪ ਡੁੱਬ ਸਕਦਾ? ਜੇ ਤਾਰਨ ਵਾਲੇ ਡੁੱਬ ਗਏ ਤੇ ਫਿਰ ਤਰੇਗਾ ਕੌਣ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਦਾ ਤਾਰਨਹਾਰ ਜਗਤ ਗੁਰੂ ਗੋਬਿੰਦ ਹੈ। ਚਰਨ ਕਮਲ ਤਾਕੇ ਕਰੋ ਨਿਵਾਸ, ਉਹਦੇ ਚਰਨਾਂ ਵਿੱਚ ਜੁੜੀਏ ਤੇ ਧਿਆਨ ਲਾਈਏ। ਕਹਿੰਦੇ ਜਦੋਂ ਪਹਿਲੀ ਰਾਤ ਵੀ ਲੰਘੀ, ਦੂਜਾ ਦਿਨ ਵੀ ਲੰਘ ਗਿਆ, ਦੂਸਰੀ ਰਾਤ ਆ ਗਈ। ਮਹਾਰਾਜ ਨੂੰ ਅਲੋਪ ਹੋਇਆ 36 ਘੰਟੇ ਤੋਂ ਜ਼ਿਆਦਾ ਟਾਈਮ ਹੋ ਗਿਆ ਤੇ ਸਾਰੇ ਪਿੰਡ ਦੇ ਲੋਕ, ਇਲਾਕੇ ਦੇ ਲੋਕ ਮੰਨ ਬੈਠੇ ਵੀ ਹੁਣ ਨਾਨਕ ਨਹੀਂ ਲੱਭ ਸਕਦਾ, ਹੁਣ ਨਹੀਂ ਆਉਣਾ ਉਹਨੇ।
ਤੇ ਬੇਬੇ ਨਾਨਕੀ ਰਾਤ ਨੂੰ ਚੌਂਕੜਾ ਮਾਰ ਕੇ ਬੈਠ ਗਈ ਤੇ ਅਰਦਾਸਾਂ ਕਰਨ ਲੱਗੀ ਕਿ ਹੇ ਸੱਚੇ ਪਾਤਸ਼ਾਹ, ਇਹ ਗਰੀਬ ਨਵਾਜ ਸਤਿਗੁਰੂ ਜੀ, ਇਹ ਕੀ ਲੀਲਾ ਰਚਾ ਰਹੇ ਹੋ? ਤੁਸੀਂ ਤਾਂ ਜਗਤ ਨੂੰ ਤਾਰਨ ਵਾਲੇ ਹੋ, ਇਹ ਦੁਨੀਆ ਤੁਹਾਨੂੰ ਡੁੱਬਿਆ ਸਮਝ ਬੈਠੀ ਹੈ। ਕਿਰਪਾ ਕਰੋ ਇਹਨਾਂ ਦੀਆਂ ਅੱਖਾਂ ਤੋਂ ਹੁਣ ਪਰਦਾ ਚੁੱਕ ਦਿਓ। ਕਿਰਪਾ ਕਰੋ ਸਵੇਰੇ ਤਾਂ ਪ੍ਰਗਟ ਹੋ ਕੇ ਦਰਸ਼ਨ ਦੇ ਦਿਓ। ਸਾਧ ਸੰਗਤ ਜੀ, ਸਾਰੀ ਰਾਤ ਇਹ ਅਰਦਾਸਾਂ ਕਰਦੀ ਦੀ ਬੇਬੇ ਨਾਨਕੀ ਦੀ ਲੰਘੀ ਤੇ ਅਗਲੇ ਦਿਨ ਸਵੇਰੇ ਹੀ ਸੱਚੇ ਪਾਤਸ਼ਾਹ ਮਹਾਰਾਜ ਵੇਈ ਨਦੀ ਚੋਂ ਬਾਹਰ ਆ ਖਲੋਤੇ। ਕਹਿੰਦੇ ਜਦੋਂ ਬਾਬਾ ਜੀ ਦਾ ਸਰੀਰ ਵੀ ਨਾ ਲੱਭਿਆ, ਕੋਈ ਉਗ ਸੁਗ ਨਾ ਮਿਲੀ, ਨਵਾਬ ਦੌਲਤ ਖਾਨ ਬੜੇ ਸੰਸ਼ੇ 'ਚ ਪੈ ਗਿਆ। ਇੱਕ ਦੋ ਦਿਨ ਏਦਾਂ ਹੀ ਭੱਜ ਦੌੜ 'ਚ ਬੀਤ ਗਏ। ਤੀਜੇ ਦਿਨ ਮਹਾਰਾਜ ਸਤਿਗੁਰੂ ਜੀ ਜਿੱਥੇ ਗੁਰਦੁਆਰਾ ਸੰਤ ਘਾਟ ਹੈ ਵੇਈ ਦੇ ਕੰਢੇ ਤੇ, ਉਥੋਂ ਪ੍ਰਗਟ ਹੋਏ। ਮਹਾਰਾਜ ਨੇ ਉਸ ਵੇਲੇ ਲੱਕ ਨੂੰ ਧੋਤੀ ਲਾਈ ਹੋਈ ਸੀ ਤੇ ਮੋਢੇ ਤੇ ਇੱਕ ਪਰਨਾ ਸੀ ਸਤਿਗੁਰਾਂ ਦੇ। ਮਹਾਰਾਜ ਸੱਚੇ ਪਾਤਸ਼ਾਹ ਕਿਸੇ ਨਾਲ ਬੋਲਦੇ ਨਹੀਂ, ਬਾਹਰ ਖਲੋਤੇ ਆ ਰੱਬੀ ਰੰਗ ਦੇ ਵਿੱਚ, ਉਸ ਮਸਤੀ ਦੇ ਵਿੱਚ ਖੜੇ ਆ। ਜਿਨ੍ਹਾਂ ਨੇ ਪਹਿਲੀ ਝਾਕ ਦਰਸ਼ਨ ਕੀਤੇ ਹੈਰਾਨ ਹੋ ਗਏ, ਕਹਿਣ ਲੱਗੇ ਨਾਨਕ ਜਿਉਂਦਾ, ਇਹ ਕਿਵੇਂ ਨਿਕਲਿਆ? ਜਦੋਂ ਪਿੰਡ ਵਿੱਚ ਖਬਰ ਗਈ, ਸੁਲਤਾਨਪੁਰ ਦਾ ਬੱਚਾ ਦੇਖਣ ਲਈ ਆ ਗਿਆ। ਅੱਗੇ ਪਿੱਛੇ ਗੁਰੂ ਨਾਨਕ ਸਾਹਿਬ ਦੇ ਖਲੋ ਗਏ, ਪੁੱਛਦੇ ਨੇ ਕੀ ਹੋਇਆ ਸੀ, ਤੇਰਾ ਕੀ ਹਾਲ ਹੈ, ਤੂੰ ਠੀਕ ਹੈ? ਜਿਹੜੇ ਵੱਡੇ ਸੀ, ਬਜ਼ੁਰਗ ਸੀ, ਉਹ ਪੁੱਤਰ ਪੁੱਤਰ ਕਰਕੇ ਕਹਿੰਦੇ ਆ, ਜਿਹੜੇ ਮਿੱਤਰ ਸੀ ਉਹ ਵੀਰ ਭਾਈ ਕਹਿ ਕੇ ਬੁਲਾਉਂਦੇ ਆ, ਜਿਹੜੇ ਰਮਜ ਦੇ ਭੇਤੀ ਸੀ ਉਹ ਹੱਥ ਜੋੜ ਕੇ ਸਤਿਕਾਰ ਨਾਲ ਬੁਲਾਉਂਦੇ ਆ। ਪਰ ਮਹਾਰਾਜ ਆਪਣੀ ਮਸਤੀ 'ਚ ਖੜੇ ਹਨ। ਜੈ ਰਾਮ ਦੌੜਿਆ ਵੇਖਣ ਵਾਸਤੇ ਕਿ ਨਾਨਕ ਜੀ ਜਿਉਂਦੇ, ਚੱਲ ਕੇ ਦੇਖੀਏ ਤੇ ਸਹੀ। ਨਾਨਕੀ ਕਹਿੰਦੀ ਸੀ ਡੁੱਬਣ ਵਾਲਾ ਨਹੀਂ, ਮੈਂ ਮੰਨਦਾ ਸੀ ਵੀ ਹੁਣ ਪਾਣੀ 'ਚੋਂ ਬਾਹਰ ਨਹੀਂ ਆਉਣਾ। ਨਾਨਕੀ ਦਾ ਵਿਸ਼ਵਾਸ ਬੜਾ ਪੱਕਾ ਹੈ, ਨਾਨਕ ਜਿਉਂਦਾ, ਵੇਖਣ ਵਾਸਤੇ ਆ ਗਏ। ਦੌਲਤ ਖਾਨ ਨਵਾਬ ਲੋਧੀ ਵੀ ਹੈਰਾਨ ਹੋ ਗਿਆ ਬਈ ਪਾਣੀ 'ਚ ਗਿਆ ਹੋਇਆ ਬੰਦਾ 2 ਦਿਨ ਬਾਅਦ ਕਿਵੇਂ ਨਿਕਲ ਸਕਦਾ ਹੈ। ਕਹਿੰਦੇ ਖੁਦ ਨਵਾਬ ਦੌਲਤ ਖਾਨ ਘੋੜੇ ਤੇ ਬਹਿ ਕੇ ਸੰਤ ਘਾਟ ਵਾਲੀ ਥਾਂ ਤੇ ਪਹੁੰਚ ਗਿਆ, ਮਹਾਰਾਜ ਨੂੰ ਨਾਲ ਲੈ ਕੇ ਆ ਗਿਆ। ਤੇ ਮਹਾਰਾਜ ਸੱਚੇ ਪਾਤਸ਼ਾਹ ਬੋਲਦੇ ਨਹੀਂ ਤੇ ਦੌਲਤ ਖਾਨ ਬਾਰ-ਬਾਰ ਬੁਲਾਉਣ ਦੀ ਕੋਸ਼ਿਸ਼ ਕਰਦਾ, ਪੁੱਛਦਾ ਵੀ ਤੁਸੀਂ ਠੀਕ ਹੋ, ਤੁਹਾਨੂੰ ਕੋਈ ਤਕਲੀਫ ਤਾਂ ਨਹੀਂ, ਤੁਸੀਂ ਕਿੱਥੋਂ ਆਏ ਹੋ? ਏਦਾਂ ਪੁੱਛਦਾ ਨਵਾਬ ਦੌਲਤ ਖਾਨ। ਕਹਿੰਦੇ ਦੌਲਤ ਖਾਨ ਨਵਾਬ ਨੂੰ ਏਦਾਂ ਲੱਗਾ ਵੀ ਇਹਨਾਂ ਨੂੰ ਕੋਈ ਤਕਲੀਫ ਹੋ ਗਈ ਆ, ਜਿਹੜੇ ਬੋਲਦੇ ਨਹੀਂ। ਕੋਈ ਸਿਆਣੇ ਹਕੀਮਾਂ ਨੂੰ ਬੁਲਾਈਏ ਜਿਹੜੇ ਦਾ ਇਲਾਜ ਕਰਨ, ਉਹਨਾਂ ਨੂੰ ਪਤਾ ਲੱਗੇਗਾ ਕੀ ਬਿਮਾਰੀ ਹੈ ਕਿ ਬੋਲਦਾ ਕਿਉਂ ਨਹੀਂ ਨਾਨਕ। ਉਹਨੇ ਵਿਚਾਰੇ ਨੇ ਇਹ ਸੋਚਿਆ ਵੀ ਨਾਨਕ ਨੂੰ ਮਤਾ ਕੋਈ ਬਿਮਾਰੀ, ਕੋਈ ਰੋਗ ਸਤਾ ਰਿਹਾ ਹੋਵੇ। ਅੱਗੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਸ ਵੈਦ ਨੂੰ ਵੀ ਬ੍ਰਹਮ ਗਿਆਨ ਦੀ ਦਾਤ ਦੇ ਦਿੱਤੀ। ਦੌਲਤ ਖਾਨ ਦਾ ਵੀ ਮਨ ਉਦੋਂ ਭਤੀਜਾ, ਜਦੋਂ ਮਹਾਰਾਜ ਨੇ ਆਖਿਆ ਨਾ ਕੋਈ ਹਿੰਦੂ ਤੇ ਨਾ ਮੁਸਲਮਾਨ, ਉਹ ਕਹਿੰਦਾ ਤੁਹਾਡੀ ਨਿਗਾਹ 'ਚ ਮੁਸਲਮਾਨ ਹਿੰਦੂ ਨਹੀਂ, ਮਹਾਰਾਜ ਕਹਿੰਦੇ ਸਾਡੀ ਨਿਗਾਹ 'ਚ ਇਨਸਾਨ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿਣ ਲੱਗਾ ਫਿਰ ਜੇ ਇਨਸਾਨ ਹੈ ਤੇ ਸਾਡੇ ਨਾਲ ਚੱਲ ਕੇ ਨਮਾਜ਼ ਪੜੋਗੇ? ਮਹਾਰਾਜ ਕਹਿੰਦੇ ਜੀ ਸਦਕੇ ਪੜਾਂਗੇ। ਮਸਜਿਦ ਵਿੱਚ ਚਲੇ ਗਏ, ਸਾਰੇ ਨਮਾਜ਼ੀ ਨਮਾਜ਼ ਅਦਾ ਕਰਨ ਲਈ ਵਜ਼ੂ ਕਰਕੇ ਜਦੋਂ ਕਤਾਰ ਵਿੱਚ ਖੜ ਗਏ ਤੇ ਮੌਲਵੀ ਸਾਹਿਬ ਨੇ ਨਮਾਜ਼ ਅਦਾ ਸ਼ੁਰੂ ਕੀਤੀ। ਉਹ ਸਜਦਾ ਕਰਦੇ ਨੇ, ਬੈਠਦੇ ਨੇ, ਖਲੋਂਦੇ ਨੇ, ਸੱਜੇ ਪਾਸੇ ਮੂੰਹ ਕਰਕੇ, ਖੱਬੇ ਪਾਸੇ ਮੂੰਹ ਕਰਕੇ ਕਲਮਾ ਪੜ੍ਹਦੇ ਨੇ। ਬਾਬਾ ਜੀ ਉਦਾਂ ਹੀ ਖੜੇ ਨੇ। ਨਮਾਜ਼ ਅਦਾ ਹੋਣ ਤੋਂ ਬਾਅਦ ਦੌਲਤ ਖਾਨ ਨੇ ਆਖਿਆ ਤੁਸੀਂ ਤਾਂ ਕਹਿੰਦੇ ਸੀ ਨਮਾਜ਼ ਪੜਾਂਗੇ, ਪਰ ਸਾਡੇ ਨਾਲ ਤੁਸੀਂ ਨਮਾਜ਼ ਕਿਉਂ ਨਹੀਂ ਪੜ੍ਹੀ? ਮਹਾਰਾਜ ਕਹਿੰਦੇ ਕਿਹਦੇ ਨਾਲ ਪੜ੍ਹਦੇ? ਆਖੋ ਸਤਨਾਮ ਸ੍ਰੀ। ਕਹਿੰਦੇ ਮੌਲਵੀ ਸਾਹਿਬ ਨਾਲ ਹੀ ਪੜ੍ਹਨੀ ਸੀ ਸਾਰਿਆਂ ਨੇ। ਮਹਾਰਾਜ ਕਹਿੰਦੇ ਮੌਲਵੀ ਸਾਹਿਬ ਦੇ ਘਰ ਘੋੜੀ ਸੂਈ ਹੋਈ ਹੈ, ਖਤਰਾ ਇਹ ਪਿਆ ਵੀ ਬਛੇਰਾ ਪਿੱਛੇ ਕਿਤੇ ਖੱਡੇ 'ਚ ਨਾ ਡਿੱਗ ਪਵੇ, ਬਛੇਰਾ ਨਾ ਡਿੱਗ ਪਵੇ ਖੱਡੇ 'ਚ, ਉਹਦੀ ਲੱਤ ਬਾਂਹ ਨਾ ਟੁੱਟ ਜਾਵੇ। ਇਹਨਾਂ ਦਾ ਤਾਂ ਧਿਆਨ ਬਛੇਰੇ ਵਿੱਚ ਹੈ। ਮੌਲਵੀ ਹੱਕਾ ਬੱਕਾ ਰਹਿ ਗਿਆ ਵੀ ਵਾਕਿਆ ਹੀ ਮੇਰਾ ਧਿਆਨ ਤਾਂ ਘਰ ਗਿਆ ਹੋਇਆ ਸੀ। ਕਹਿਣ ਲੱਗਾ ਇਹ ਤਾਂ ਸੱਚ ਕਹਿੰਦੇ ਨੇ, ਮੇਰਾ ਧਿਆਨ ਘਰ ਗਿਆ ਹੋਇਆ ਸੀ। ਨਵਾਬ ਕਹਿਣ ਲੱਗਾ ਫਿਰ ਮੇਰੇ ਨਾਲ ਪੜ੍ਹ ਲੈਣੀ ਸੀ, ਮੈਂ ਵੀ ਤਾਂ ਨਮਾਜ਼ ਪੜ੍ਹ ਰਿਹਾ ਸੀ, ਮੌਲਵੀ ਸਾਹਿਬ ਦਾ ਧਿਆਨ ਗਿਆ, ਮੇਰਾ ਤੇ ਨਹੀਂ ਗਿਆ। ਮਹਾਰਾਜ ਕਹਿੰਦੇ ਤੂੰ ਵੀ ਘੋੜਿਆਂ ਪਿੱਛੇ ਹੀ ਫਿਰਦਾ ਸੀ, ਤੂੰ ਕਾਬਲ ਘੋੜੇ ਖਰੀਦਣ ਗਿਆ ਸੀ ਵੀ ਉੱਥੇ ਘੋੜੇ ਵਧੀਆ ਮਿਲਦੇ, ਉੱਥੋਂ ਦੇ ਘੋੜੇ ਖਰੀਦਣੇ ਆ। ਦੌਲਤ ਖਾਨ ਚਰਨਾਂ ਦੇ ਢਹਿ ਪਿਆ, ਕਹਿਣ ਲੱਗਾ ਤੁਹਾਨੂੰ ਤੁਸੀਂ ਦਿਲਾਂ ਦੀ ਜਾਣਨ ਵਾਲੇ ਹੋ, ਘਟ ਘਟ ਕੇ ਅੰਦਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ।
ਉਦੋਂ ਤੋਂ ਨਵਾਬ ਦੌਲਤ ਖਾਂ ਪਾਤਸ਼ਾਹ ਦਾ ਸੇਵਕ ਬਣ ਗਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਦੌਲਤ ਖਾਂ ਲੋਧੀ ਭਲਾ। ਸਿੱਖਾਂ ਦੀ 11ਵੀਂ ਵਾਰ ਭਾਈ ਗੁਰਦਾਸ ਦੀ ਗੁਰੂ ਨਾਨਕ ਦੇ ਸਿੱਖਾਂ ਦੀ ਲਿਸਟ ਬਣਾਈ ਹੈ। ਉਹਦੇ 'ਚ ਲਿਖਿਆ, ਦੌਲਤ ਖਾਂ ਲੋਧੀ ਭਲਾ ਹੋਆ, ਜਿੰਦ ਪੀਰ ਅਬਿਨਾਸੀ, ਭਲਾ ਰਬਾਬ ਵਜਾਏਂਦਾ, ਮਜਲਸ ਮਰਦਾਨਾ ਮੀਰਾਸ਼ੀ। ਉਹ ਸਿੱਖਾਂ ਦੇ ਜ਼ਿਕਰ ਜਿੱਥੇ ਕੀਤੇ, ਦੌਲਤ ਖਾਂ ਨੂੰ ਸਿੱਖਾਂ ਵਿੱਚ ਗਿਣਿਆ ਹੈ। ਗੁਰੂ ਨਾਨਕ ਦਾ ਸਿੱਖ ਬਣ ਗਿਆ, ਨਵਾਬ ਪੰਜਾਬ ਦਾ, ਸਾਰੇ ਪੰਜਾਬ ਦਾ ਉਹ ਸੂਬੇਦਾਰ। ਜਿਵੇਂ ਅੱਜ ਪੰਜਾਬ ਦਾ ਮੁੱਖ ਮੰਤਰੀ ਹੈ, ਪਹਿਲਾਂ ਉਹ ਸੂਬੇਦਾਰ ਕਹਿੰਦੇ ਸੀਗੇ। ਉਹ ਦੌਲਤ ਖਾਂ ਗੁਰੂ ਨਾਨਕ ਦਾ ਸੇਵਕ ਬਣ ਗਿਆ। ਉਹ ਜਿਹੜੇ ਮੁੱਲਾ ਕਾਜੀ ਮੁਤਸਬੀ ਲੋਕ ਸਨ, ਉਹ ਬਾਬੇ ਨਾਲ ਖਹਿਬਾਜ਼ੀ ਰੱਖਣ ਲੱਗੇ। ਉਹ ਕਹਿਣ ਲੱਗੇ ਇਹ ਜਾਦੂਗਰ ਹੈ, ਨਜ਼ਰ ਬੰਦ ਕਰ ਰਿਹਾ ਸਾਡੀ। ਪਰ ਦੌਲਤ ਖਾਂ ਨੇ ਉਹਨਾਂ ਦੀ ਗੱਲ ਨਹੀਂ ਮੰਨੀ। ਦੌਲਤ ਖਾਂ ਕਹਿਣ ਲੱਗਾ, ਨਹੀਂ ਇਹ ਜਾਦੂਗਰ ਨਹੀਂ, ਇਹ ਰੱਬ ਦਾ ਬੰਦਾ, ਇਹ ਦਿਲਾਂ ਦੀ ਜਾਣਨ ਵਾਲਾ ਹੈ, ਇਹਦੇ ਵਿੱਚ ਤੇ ਰੱਬ 'ਚ ਕੋਈ ਫਰਕ ਨਹੀਂ। ਅਸੀਂ ਇਹ ਤੁਹਾਡੀਆਂ ਗੱਲਾਂ ਮੰਨ ਕੇ ਇਹਦੇ ਨਾਲ ਵਿਤਕਰਾ ਨਹੀਂ ਕਰ ਸਕਦੇ। ਨਵਾਬ ਦੌਲਤ ਖਾਨ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੇ ਪੂਰਨ ਵਿਸ਼ਵਾਸ ਆ ਗਿਆ, ਭਰੋਸਾ ਆ ਗਿਆ। ਬਾਬਾ ਜੀ ਦੇ ਬਾਰੇ ਦੌਲਤ ਖਾਨ ਇਹ ਕਹਿਣ ਲੱਗਾ ਕਿ ਪੂਰਨ ਪੁਰਸ਼ ਹੈ, ਅਵਤਾਰੀ ਪੁਰਸ਼ ਹੈ, ਔਲੀਆ ਹੈ, ਕੋਈ ਪੈਗੰਬਰ ਹੈ, ਖੁਦਾ ਦਾ ਬੰਦਾ ਹੈ। ਸਣੇ ਪਰਿਵਾਰ ਦੇ ਨਵਾਬ ਦੌਲਤ ਖਾਨ ਸੁਲਤਾਨਪੁਰ ਦੇ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਦਾ ਮੁਰੀਦ ਬਣਿਆ, ਕਿਉਂਕਿ ਬਾਬਾ ਜੀ ਵਾਸਤੇ ਹਿੰਦੂ ਤੇ ਮੁਸਲਮਾਨ ਬਰਾਬਰ ਸਨ। ਸਾਰੀ ਦੁਨੀਆ ਆਪਣੀ ਸੀ, ਕੋਈ ਬਗਾਨਾ ਨਹੀਂ ਸੀ। ਜਿਹੜਾ ਗੁਰੂ ਸਾਹਿਬ ਦੇ ਕੋਲ ਆਉਂਦਾ ਸੀ, ਗੁਰੂ ਦਾ ਬਣ ਜਾਂਦਾ ਸੀ ਤੇ ਬਾਬਾ ਜੀ ਗੱਲ ਨਾਲ ਲਾਉਂਦੇ ਸਨ। ਹਿੰਦੂਆਂ ਨੂੰ ਤੇ ਮੁਸਲਮਾਨਾਂ ਨੂੰ ਸੱਚਾ ਉਪਦੇਸ਼ ਦਿੰਦੇ ਸੀ। ਇਹ ਨਹੀਂ ਸੀ ਕਹਿੰਦੇ ਵੀ ਤੂੰ ਹਿੰਦੂ ਧਰਮ ਛੱਡ ਦੇ, ਮੇਰਾ ਸਿੱਖ ਬਣ ਜਾ। ਇਹ ਵੀ ਨਹੀਂ ਸੀ ਕਹਿੰਦੇ ਤੂੰ ਮੁਸਲਮਾਨੀ ਮਰਿਆਦਾ ਛੱਡ ਦੇ, ਮੇਰਾ ਸਿੱਖ। ਇਹ ਨਹੀਂ ਸੀ ਕਹਿੰਦੇ ਬਾਬਾ ਜੀ, ਬਲਕਿ ਕਹਿੰਦੇ ਜੇ ਤੂੰ ਹਿੰਦੂ ਹੈ ਤੇ ਨੇਕ ਹਿੰਦੂ ਬਣ ਜਾ। ਹਿੰਦੂ ਦੇ ਵਿੱਚ ਵੀ ਸ਼ੁਭ ਗੁਣ ਦੱਸੇ ਨੇ ਤੇ ਜਿਹੜੇ ਮੁਸਲਮਾਨਾਂ ਦੇ ਵਿੱਚ ਗੁਣ ਨੇ ਉਹ ਵੀ ਸ਼ੁਭ ਗੁਣ ਦੱਸੇ ਨੇ। ਤੂੰ ਨੇਕ ਇਨਸਾਨ ਬਣ, ਭਾਵੇਂ ਤੂੰ ਹਿੰਦੂ ਹੈ, ਭਾਵੇਂ ਤੂੰ ਮੁਸਲਮਾਨ ਹੈ। ਇਦਾਂ ਦੀ ਗੱਲ ਬਾਬਾ ਜੀ ਦੱਸਿਆ ਕਰਦੇ ਸਨ। ਜ਼ੁਲਮ ਕਰਨ ਤੋਂ ਹਟਾਉਂਦੇ ਸੀ। ਭਾਈ ਕਿਸੇ ਦਾ ਬੁਰਾ ਨਾ ਕਰੋ, ਕਿਸੇ ਗਰੀਬ ਨਾਲ ਧੱਕਾ ਨਾ ਕਰੋ, ਝੂਠ ਫਰੇਬ ਛਲ ਕਪਟ ਬੇਈਮਾਨੀ ਧੋਖਾ ਧੜੀ ਦਾ ਆਸਰਾ ਨਾ ਲਓ, ਨੇਕੀ ਦਾ ਜੀਵਨ ਬਸਰ ਕਰੋ। ਇਹ ਬਾਬਾ ਨਾਨਕ ਦੀ ਸਿੱਖਿਆ ਸੀ। ਨਵਾਬ ਦੌਲਤ ਖਾਂ ਦੀ ਉਮਰ ਵਡੇਰੀ ਹੋ ਰਹੀ ਸੀ, 50-55 ਸਾਲ ਉਹਦੀ ਉਮਰ ਹੋ ਗਈ ਸੀ। 2 ਬੇਗਮਾਂ ਸਨ, ਪਰ ਦੋਵਾਂ ਦਾ ਹੀ ਬੱਚਾ ਕੋਈ ਨਹੀਂ ਸੀ। ਮਹਾਰਾਜ ਗੁਰੂ ਸਾਹਿਬ ਸੱਚੇ ਪਾਤਸ਼ਾਹ ਉਸ ਵੇਲੇ ਮੜੀਆਂ 'ਚ ਬੈਠੇ ਹੋਏ ਸਨ। ਗੁਰੂ ਸਾਹਿਬ ਦਾ ਜਿਹੜਾ ਨਦੀ ਤੋਂ ਨਿਕਲ ਕੇ ਪਾਤਸ਼ਾਹ ਘਰ ਨਹੀਂ ਗਏ, ਉਹੀ ਇੱਕ ਲੰਗੋਟਾ ਹੀ, ਇੱਕ ਪਰਨਾ ਹੀ ਸੀਗਾ ਲੱਕ ਨੂੰ ਬੰਨਿਆ, ਬਾਕੀ ਸਰੀਰ ਵੀ ਨਗਨ ਸੀਗਾ। ਤੇ ਹਜੂਰ ਕਿੱਥੇ ਬੈਠੇ ਸਨ? ਜਿੱਥੇ ਸ਼ਮਸ਼ਾਨ ਭੂਮੀ ਹੁੰਦੀ ਹੈ, ਉੱਥੇ ਡੇਰਾ ਲਾਇਆ ਸੀ। ਤੇ ਜਿਹੜਾ ਮੋਦੀ ਖਾਨਾ ਸੀ ਸਾਰਾ ਲੁਟਾ ਦਿੱਤਾ ਸੀਗਾ। ਤੇ ਫਿਰ ਵੀ ਉਹਦਾ ਹਿਸਾਬ ਹੋਇਆ ਤੇ ਵਾਧਾ ਬਾਬੇ ਨਾਨਕ ਦਾ ਨਿਕਲਿਆ ਸੀ। ਬੜੀ ਲੰਮੀ ਕਥਾ। ਨਵਾਬ ਦੀ ਬੇਗਮਾਂ ਕਹਿਣ ਲੱਗੀਆਂ, ਨਵਾਬ ਸਾਹਿਬ ਜਿਹੜਾ ਤੁਹਾਡਾ ਮੋਦੀ ਉਹ ਰੱਬੀ ਰੰਗ 'ਚ ਰੰਗਿਆ ਹੋਇਆ, ਕਹਿੰਦੇ ਉਹਦੇ 'ਚ ਬੜੀਆਂ ਬਰਕਤਾਂ ਨੇ। ਤੁਹਾਡੇ ਦਿਲ ਦੀ ਗੱਲ ਬੁੱਝੀ ਹੈ, ਤੁਸੀਂ ਉਹਨਾਂ ਤੇ ਇਤਕਾਦ ਰੱਖਦੇ ਹੋ, ਤੇ ਜੇ ਆਗਿਆ ਹੋਵੇ ਤੇ ਅਸੀਂ ਜਾ ਕੇ ਪੁੱਤਰਾਂ ਦੀ ਖੈਰ ਮੰਗੀਏ। ਮਹਾਰਾਜ ਸ਼ਮਸ਼ਾਨ ਭੂਮੀ 'ਚ ਮੜੇ ਬੇਰਾਂ ਦੇ ਲਾਗੇ ਬੈਠੇ ਸਨ। ਨਵਾਬ ਦੀਆਂ ਦੋਵੇਂ ਬੇਗਮਾਂ ਆ ਕੇ ਚਰਨਾਂ ਤੇ ਢਹਿ ਪਈਆਂ, ਪੀਰ ਸਾਈਂ ਰਹਿਮਤ ਕਰ, ਬਖਸ਼ਿਸ਼ ਕਰ, ਕਿਰਪਾ ਕਰ, ਸਾਡੀ ਝੋਲੀ ਭਰ ਦੇ। 2 ਬੇਰ ਇਧਰੋਂ ਤੋੜੇ, 2 ਇਧਰੋਂ, ਦੋਵਾਂ ਦੀ ਝੋਲੀ 'ਚ ਪਾ ਤੇ ਕਹਿੰਦੇ ਜਾਓ 2-2 ਪੁੱਤਰ ਤੁਹਾਡੇ ਘਰ ਹੋਣਗੇ। ਨਵਾਬ ਦੌਲਤ ਖਾਂ ਦੀ ਵਡੇਰੀ ਉਮਰ 4 ਪੁੱਤਰ ਹੋਏ ਨੇ, ਜਿਨ੍ਹਾਂ ਦੇ ਨਾਮ ਵੀ ਗੁਰੂ ਨਾਨਕ ਸਾਹਿਬ ਪਹਿਲਾਂ ਹੀ ਰੱਖ ਦਿੱਤੇ। ਉਹਨਾਂ ਨਾਰਾਂ ਨੇ, ਦੋਹਾਂ ਬੇਗਮਾਂ ਨੇ ਜਦੋਂ ਇਹ ਪਾਤਸ਼ਾਹ ਦੀ ਕਿਰਪਾ ਹੋਈ ਤੇ ਗੁਰੂ ਨਾਨਕ ਸਾਹਿਬ ਦੀ ਗੱਲ ਸਾਰੇ ਪਰਿਵਾਰ 'ਚ ਕੀਤੀ ਵੀ ਉਹ ਬੜੇ ਰਹਿਮਤਾਂ ਦੇ ਭੰਡਾਰ ਨੇ। ਬਾਬੇ ਨਾਨਕ ਨੇ ਸਾਨੂੰ ਜੋੜੀ ਜੋੜੀ ਪੁੱਤਰਾਂ ਦੀ ਦਿੱਤੀ ਹੈ। ਜਦੋਂ ਬੇਗਮਾਂ ਨੇ ਰੌਲਾ ਪਾਤਾ ਵੀ ਬਾਬੇ ਨਾਨਕ ਦੀ ਕਿਰਪਾ ਨਾਲ ਸਾਡੇ ਘਰ ਪੁੱਤਰ ਹੋਏ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਚਾਹੁੰਦੇ ਸੀ ਵੀ ਗੁਪਤ ਰਹੀਏ। ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਨਾ, ਹੁਣ ਜੀ ਖੁਦਾਏ ਦੇ ਭੇਦ ਨਾ ਕਿਸੇ ਦੇਣ। ਇਹ ਆਪਣੀਆਂ ਵਡਿਆਈਆਂ ਕਰਾਣੀਆਂ, ਆਪਣਾ ਨਾਂ ਰੋਸ਼ਨ ਕਰਾਣਾ, ਇਹ ਹੌਲੇ ਬੰਦਿਆਂ ਦੀ ਖੇਡ ਹੈ, ਰੱਬ ਦੇ ਬੰਦਿਆਂ ਦੀ ਨਹੀਂ ਹੈ। ਭਾਈ ਸਾਹਿਬ ਵੀਰ ਸਿੰਘ ਜੀ ਕਹਿੰਦੇ, ਮੇਰੀ ਛੁਪੇ ਰਹਿਣ ਦੀ ਚਾਹ ਤੇ ਛੁਪ ਤੁਰ ਜਾਣ ਦੀ ਹਾਂ ਪੂਰੀ ਹੁੰਦੀ ਨਾ, ਮੈਂ ਤਰਲੇ ਲੈ ਰਿਹਾ। ਐਸੀ ਅਵਸਥਾ ਸੀ। ਹਜੂਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਸੋਚਿਆ ਇੱਥੇ ਤਾਂ ਹੁਣ ਵਡਿਆਈਆਂ ਹੋਣ ਲੱਗ ਪਈਆਂ, ਚਲਿਏ
ਤਾਂ ਪਾਤਸ਼ਾਹ ਜਗਤ ਨੂੰ ਤਾਰਨ ਲਈ ਉਦਾਸੀਆਂ ਆਰੰਭ ਕੀਤੀਆਂ। ਉਹ ਗੱਲ ਜਿੰਨੀ ਪਾਤਸ਼ਾਹ ਛੁਪਾਉਣੀ ਚਾਹੁੰਦੇ ਸੀ ਓਨੀ ਪ੍ਰਗਟ ਹੋ ਗਈ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਏ ਨਾ ਮੇਟਣ ਹਾਰ ਰਤਨ ਲੁਕਾਇਆ, ਲੁਕੈ ਨਾਹੀ ਜੇ ਕੋ ਰੱਖੈ ਲੁਕਾਈ। ਉਹ ਲੁਕਦਾ ਹੀ ਨਹੀਂ। ਐਸਾ ਗੁਰੂ ਸੱਚੇ ਪਾਤਸ਼ਾਹ ਦਾ ਪ੍ਰਤਾਪ ਕਿ ਸਾਰੇ ਪਾਸੇ ਪ੍ਰਗਟ ਹੋ ਗਿਆ। ਸਿੱਧ ਜੋਗੀ ਨਾਥ ਪੀਰ ਗੁਰੂ ਨਾਨਕ ਸਾਹਿਬ ਨਾਲ ਚਰਚਾ ਕਰਨ ਵੀ ਆਏ, ਪਰ ਹਾਰ ਕੇ ਚਲੇ ਗਏ। ਕਿਹੜਾ ਝੱਲੇ? ਗੁਰੂ ਦੀ ਝਾਲਾ। ਗੁਰੂ ਨਾਨਕ ਦੀ ਝਾਲ ਨਹੀਂ ਝੱਲੀਗੀ ਕਿਸੇ ਕੋਲੋਂ। ਹੁਣ ਬਾਬਾ ਜੀ ਨੂੰ ਉਦਾਸੀ ਆਈ। ਉਦਾਸੀ ਦਾ ਮਤਲਬ ਹੈ ਵੀ ਸੰਸਾਰ ਨੂੰ ਤਾਰਨ ਵਾਸਤੇ, ਸੰਸਾਰ ਦਾ ਰਟਨ ਕਰਨ ਵਾਸਤੇ ਮਹਾਰਾਜ ਨੂੰ ਹੁਕਮ ਅਕਾਲ ਪੁਰਖ ਦਾ ਆ ਗਿਆ। ਮਹਾਰਾਜ ਨੇ ਆਪਣੀ ਸੁਰਤ ਦੇਸਾਂ ਪ੍ਰਦੇਸਾਂ ਵਿੱਚ ਜਾ ਕੇ ਜਿੱਥੇ ਜਿੱਥੇ ਪਿਆਰੇ ਬੈਠੇ ਸਨ, ਬੰਦਗੀ ਕਰ ਰਹੇ ਸਨ, ਉਹਨਾਂ ਨੂੰ ਦਰਸ਼ਨ ਦੇਣ ਦਾ ਪ੍ਰੋਗਰਾਮ ਉਲੀਕਿਆ। ਭਾਈ ਮਰਦਾਨੇ ਵਾਲੇ ਨੂੰ ਨਾਲ ਲੈ ਕੇ ਉਹਦੇ ਤੇ ਰਬਾਬ ਚੁੱਕ ਲਈ ਤੇ ਬਾਬਾ ਸੱਚੇ ਪਾਤਸ਼ਾਹ ਮਰਦਾਨੇ ਨੂੰ ਲੈ ਕੇ ਤੁਰ ਪਏ। ਜਿੱਥੇ ਜੀ ਕਰਦਾ ਸੀ ਗੁਰੂ ਜੀ ਦਾ, ਉੱਥੇ ਹੀ ਰਬਾਬ ਵੱਜਣ ਲੱਗ ਜਾਂਦੀ ਸੀ, ਉੱਥੇ ਹੀ ਸ਼ਬਦ ਜੰਗਲ ਦੇ ਵਿੱਚ ਮੰਗਲ ਹੋ ਜਾਂਦਾ ਸੀ। ਸੱਚੇ ਪਾਤਸ਼ਾਹ ਜਿੱਥੇ ਜਿੱਥੇ ਕੀਰਤਨ ਕੀਤਾ ਹੈ, ਉਹ ਧਰਤੀ ਪਵਿੱਤਰ ਕਰ ਦਿੱਤੀ, ਭਾਗਾਂ ਵਾਲੀ। 11 ਮਹੀਨੇ 11 ਦਿਨ 11 ਘੜੀਆਂ ਇੱਕੋ ਚੌਂਕੜੇ ਤੇ ਮਹਾਰਾਜ ਕੀਰਤਨ ਕੀਤਾ। ਜਿਸ ਜਗ੍ਹਾ ਤੇ ਪੀਰ ਬੁੱਢਣ ਸ਼ਾਹ ਆ ਕੇ ਚਰਨਾਂ ਦੇ ਢਹਿ ਪਿਆ, ਉਹਦੇ ਮਨ ਵਿੱਚ ਸੀਗਾ ਕਿ ਮੇਰੀ ਉਮਰ ਬੜੀ ਹੈ ਤੇ ਮੇਰੇ ਤੋਂ ਵੱਧ ਕੇ ਕੋਈ ਮਹਾਪੁਰਸ਼ ਨਹੀਂ। ਤੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਉਹਨੂੰ ਸਮਝ ਆਈ ਵੀ ਇਹ ਮੇਰੇ ਤੋਂ ਬਹੁਤ ਵੱਡੇ ਨੇ। ਉਸੇ ਜਗ੍ਹਾ ਤੇ ਗੁਰਦੁਆਰਾ ਨਗਰ ਸ੍ਰੀ ਕੀਰਤਨਪੁਰ ਸਾਹਿਬ ਵਸਿਆ, ਜਿਹਨੂੰ ਆਪਾਂ ਕੀਰਤਪੁਰ ਸਾਹਿਬ ਕਹਿੰਦੇ ਆ। ਪਹਿਲਾ ਨਾਮ ਹੈ ਕੀਰਤਨਪੁਰ। ਕੀਰਤਨਪੁਰ 6ਵੇਂ ਪਾਤਸ਼ਾਹ ਨੇ ਤਾਂ ਰੱਖਿਆ ਇਹਦਾ ਨਾਮ ਕਿ ਗੁਰੂ ਨਾਨਕ ਸਾਹਿਬ ਲਗਾਤਾਰ ਇੱਥੇ 11 ਮਹੀਨੇ ਕੀਰਤਨ ਕਰਕੇ ਗਏ ਤੇ ਪੀਰ ਬੁੱਢਣ ਸ਼ਾਹ ਜੀ ਨੂੰ ਨਿਹਾਲ ਕੀਤਾ। ਸੋ ਇਸ ਕਰਕੇ ਜਿੱਥੇ ਜੰਗਲਾਂ 'ਚ ਮੰਗਲ ਕਰ ਦਿੰਦੇ ਸੀ, ਕੀਰਤਨ ਕਰਦੇ ਸੀ। ਬਾਬੇ ਨਾਨਕ ਦੇ ਚਰਨਾਂ ਦੇ ਬੜੇ ਬੜੇ ਸਿੱਧ ਸਾਧ, ਪੀਰ ਫਰੀਦ, ਜੋਗੀ, ਜਪੀ ਤਪੀ, ਸੰਨਿਆਸੀ, ਹਿੰਦੂ ਮੁਸਲਮਾਨ ਸਭ ਝੁਕਦੇ ਸਨ। ਜਿੱਥੇ ਜਿੱਥੇ ਬਾਬਾ ਜੀ ਜਾਂਦੇ ਸੀ ਤਾਰ ਦਿੰਦੇ ਸੀ, ਪਿੰਡਾਂ ਸ਼ਹਿਰਾਂ ਨਗਰਾਂ ਮੁਲਕਾਂ ਨੂੰ ਹੀ ਤਾਰ ਦਿੰਦੇ ਸੀ ਤੇ ਤਾਰ ਕੇ ਅੱਗੇ ਤੁਰੇ ਜਾਂਦੇ ਸੀ। ਇੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਜਿੱਥੇ ਜਿਹੜੇ ਦੇਸ਼ ਵਿੱਚ ਜਾ ਕੇ ਪੈਰ ਪਾਉਂਦੇ ਸੀ ਉੱਥੇ ਹੀ ਪੂਜਾ ਹੁੰਦੀ ਸੀ। ਮਹਾਰਾਜ ਨੇ ਲੋਕਾਂ ਨੂੰ ਮੜੀਆਂ ਮਸਾਣਾ, ਭੂਤਾਂ ਪ੍ਰੇਤਾਂ, ਕਬਰਾਂ ਤੋਂ ਹਟਾ ਕੇ ਸੱਚੀ ਬੰਦਗੀ 'ਚ ਲਾਇਆ ਵੀ ਆਹ ਕਿਹੜੇ ਚੱਕਰ 'ਚ ਪਏ ਹੋਏ ਹੋ। ਜਿਹੜਾ ਬਣਾਉਣ ਵਾਲਾ ਉਹਨੂੰ ਮੰਨਦੇ ਨਹੀਂ, ਉਹਦੇ ਬਣਾਏ ਹੋਏ ਨੂੰ ਮੰਨੀ ਜਾਂਦੇ ਹੋ। ਕੀਤੇ ਨੂੰ ਕਰਤਾ ਕਰ ਜਾਣਾ। ਅਗਿਆਨੀ ਜੀਵ ਕੀਤੇ ਨੂੰ ਹੀ ਕਰਤਾ ਮੰਨ ਲੈਂਦੇ ਆ, ਗਿਆਨੀ ਕਰਤੇ ਨੂੰ ਮੰਨਦੇ ਆ, ਕੀਤੇ ਨੂੰ ਨਹੀਂ। ਇਹ ਤਾਂ ਭਾਈ ਬਣਾਏ ਹੋਏ ਨੇ ਦੇਵੀ ਦੇਵਤੇ ਪਰਮੇਸ਼ਰ ਦੇ। ਤੁਸੀਂ ਪਰਮੇਸ਼ਰ ਨੂੰ ਮੰਨੋ, ਇਹਨਾਂ ਦੇ ਮਗਰ ਲੱਗ ਕੇ ਆਪਣਾ ਸਮਾਂ ਨਾ ਖਰਾਬ ਕਰੋ। ਐਸੀ ਪਾਤਸ਼ਾਹ ਨੇ ਇੱਕ ਓੰਕਾਰ ਦੀ ਪੂਜਾ ਦ੍ਰਿੜ ਕਰਾਈ। ਮੰਤਰ ਤੰਤਰ ਜੰਤਰ ਬੀਰ ਭੂਤ ਪ੍ਰੇਤ ਬੈਤਾਲ ਜਿੰਨ, ਇਹੋ ਜੀ ਲੋਕਾਂ ਦੇ ਵਿੱਚ ਬੜੀ ਪੂਜਾ ਸੀ। ਝਾੜਾਂ ਝੁੰਡਾਂ ਪਿੱਪਲਾਂ ਨੂੰ ਹੀ ਮੱਥੇ ਟੇਕੀ ਜਾਂਦੇ ਸੀ, ਉਹ ਸੱਪਾਂ ਨੂੰ ਹੀ ਦੇਵਤੇ ਮੰਨ ਕੇ ਪੂਜੀ ਜਾਂਦੇ ਸੀ। ਬਾਬੇ ਨਾਨਕ ਨੇ ਸਭ ਨੂੰ ਉਸ ਨਿਰੰਕਾਰ ਵਾਹਿਗੁਰੂ ਇੱਕ ਓੰਕਾਰ ਦੇ ਲੜ ਲਾ ਦਿੱਤਾ। ਗੁੱਗੇ ਦੀ ਪੂਜਾ ਤੇ ਲਾਲਾਂ ਵਾਲੇ ਦੀ ਪੂਜਾ, ਭੂਤਾਂ ਤੇ ਪ੍ਰੇਤਾਂ ਦੀ ਪੂਜਾ ਹੁੰਦੀ ਸੀ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ। ਮੁਸਲਮਾਨਾਂ ਦੇ ਦੇਸ਼ ਵਿੱਚ ਵੀ ਗਏ, ਹਿੰਦੂਆਂ ਦੇ ਦੇਸ਼ 'ਚ ਵੀ ਗਏ, ਬੋਧੀਆਂ ਦੇ ਕੋਲ ਵੀ ਗਏ, ਜੈਨੀਆਂ ਦੇ ਕੋਲ ਵੀ ਗਏ, ਨਾਸਤਕ ਲੋਕਾਂ ਦੇ ਮੁਲਕਾਂ 'ਚ ਵੀ ਗਏ ਜਿਹੜੇ ਰੱਬ ਨੂੰ ਮੰਨਦੇ ਹੀ ਨਹੀਂ। ਸਾਰਿਆਂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰਾ ਦਿੱਤੇ। ਮਹਾਰਾਜ ਨੇ ਗੁਰੂ ਨਾਨਕ ਸਾਹਿਬ ਨੇ ਹਿੰਦੂ ਮੁਸਲਮਾਨ ਨੂੰ ਪਰਾਏ ਹੱਕ ਤੋਂ ਰੋਕਣ ਲਈ ਬਚਨ ਕਹੇ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਹਿੰਦੂਆਂ ਨੂੰ ਆਖਿਆ ਜੇ ਤੁਸੀਂ ਪਰਾਇਆ ਹੱਕ ਖਾਂਦੇ ਹੋ ਸਮਝੋ ਗਊ ਦਾ ਮਾਸ ਖਾਂਦੇ ਹੋ। ਮੁਸਲਮਾਨੋ ਜੇ ਤੁਸੀਂ ਪਰਾਇਆ ਹੱਕ ਖਾਂਦੇ ਹੋ ਤੇ ਸੂਰ ਖਾਂਦੇ ਹੋ। ਇਹੋ ਜੀ ਮਹਾਰਾਜ ਸਿੱਖਿਆ ਦਿੱਤੀ। ਹਿੰਦੂ ਵੀ ਤੇ ਮੁਸਲਮਾਨ ਵੀ ਪਰਾਇਆ ਹੱਕ ਛੱਡ ਕੇ ਧਰਮ ਦੀ ਕਿਰਤ ਕਰਨ ਲੱਗੇ। ਇਹ ਸੱਚ ਜਗਤ ਨੂੰ ਸੁਣਾ ਦਿੱਤਾ ਬਾਬੇ ਜੀ ਨੇ। ਇੱਕ ਵਾਰ ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ। ਬਟਾਲੇ ਤੋਂ 8 ਕਿਲੋਮੀਟਰ ਤੇ ਅਚਲ ਸਾਹਿਬ ਹੈ, ਜਿੱਥੇ ਭਗਵਾਨ ਸ਼ਿਵ ਜੀ ਦਾ ਪ੍ਰਾਚੀਨ ਮੰਦਿਰ ਹੈ। ਉੱਥੇ ਸਤਿਗੁਰੂ ਜੀ ਪਹੁੰਚੇ। ਉੱਥੇ ਸਿੱਧਾਂ ਦੇ ਮੇਲਾ ਲਾਇਆ ਸੀ, ਸ਼ਿਵਰਾਤਰੀ ਦਾ ਮੇਲਾ ਸੀ। ਸਿੱਧ ਉੱਥੇ ਆਏ
ਤੇ ਸਿੱਧਾ ਨਾਲ ਉੱਥੇ ਗੋਸ਼ਟ ਹੋਈ। ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸ਼ਾਂਤ ਸਿੱਧੀ ਵਿੱਚ ਆਈ। ਰਾਗ ਰਾਮਕਲੀ ਦੇ ਅੰਦਰ ਬਾਣੀ ਰਾਮਕਲੀ ਮਹੱਲਾ ਪਹਿਲਾ। ਸਿੱਧ ਗੋਸ਼ਟ ਏਕ ਓੰਕਾਰ ਸਤਿਗੁਰ ਪ੍ਰਸਾਦ। ਸਿੱਧ ਸਭਾ ਕਰ ਆਸਣ ਬੈਠੇ, ਸੰਤ ਸਭਾ ਜੈਕਾਰੋ। ਤਿਸ ਆਗੈ ਰਹਿਰਾਸ ਹਮਾਰੀ, ਸਾਚਾ ਅਪਰਿ ਅਪਾਰੋ। ਇਹ ਬਾਣੀ ਅਚਲ ਬਟਾਲੇ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੀ। ਪਹਿਲਾਂ ਉਹਨਾਂ ਨੇ ਰਿੱਧੀਆਂ ਸਿੱਧੀਆਂ ਦਾ ਜ਼ੋਰ ਲਾਇਆ, ਫਿਰ ਗੁਰੂ ਨਾਨਕ ਸਾਹਿਬ ਨਾਲ ਚਰਚਾ ਕੀਤੀ, ਹਰ ਗੱਲ 'ਚ ਹਾਰ ਗਏ ਹੋ। ਫਿਰ ਸਿੱਧ ਕੁਰਲਾਣੇ ਤੇ ਬਾਲ ਗੁੰਦਾਈ ਦੇ ਟਿੱਲੇ ਤੇ, ਜਿੱਥੇ ਪੂਰਨ ਭਗਤ ਜਾ ਕੇ ਜੋਗੀ ਬਣਿਆ ਨਾ, ਬਾਲ ਗੁੰਦਾਈ ਦਾ ਟਿੱਲਾ ਹੈ, ਉੱਥੇ ਪੂਰਨ ਭਗਤ ਨੇ ਜੋਗ ਧਾਰਨ ਕੀਤਾ ਸੀ, ਗੁਰੂ ਗੋਰਖਨਾਥ ਜੀ ਦਾ ਚੇਲਾ ਬਣਿਆ ਸੀ। ਉੱਥੇ ਬਾਲ ਗੁੰਦਾਈ ਦੇ ਟਿੱਲੇ ਤੇ ਵੀ ਬਾਬਾ ਜੀ ਨੇ ਸਿੱਧਾਂ ਨਾਲ ਚਰਚਾ ਕੀਤੀ ਹੈ। ਉੱਥੇ ਜਾ ਕੇ ਚੁਗਲੀ ਕੀਤੀ ਸਿੱਧਾਂ ਨੇ, ਜਾ ਕੇ ਕਹਿਣ ਲੱਗੇ ਕਿ ਨਵਾਂ ਸਿੱਧ ਨਾਨਕ ਪੈਦਾ ਹੋ ਗਿਆ, ਉਹਦੇ ਸਾਡੀ ਸਾਰਿਆਂ ਦੀ ਪੱਗ ਲਾ ਕੇ ਲੈ ਗਿਆ, ਸਾਨੂੰ ਜਿੱਤ ਕੇ ਚਲਾ ਗਿਆ। ਉਹਨਾਂ ਦੇ ਵੱਡੇ ਸਿੱਧ ਸੀ, ਉਹ ਹੰਕਾਰ ਵਿੱਚ ਆ ਕੇ ਸੁਣ ਕੇ ਬਾਲ ਗੁੰਦਾਈ ਦੇ ਟਿੱਲੇ ਵਾਲੇ ਕਹਿਣ ਲੱਗੇ, ਜੇ ਨਾਨਕ ਸਾਡੇ ਕੋਲ ਆਇਆ ਤੇ ਅਸੀਂ ਸੁੱਕਾ ਨਹੀਂ ਜਾਣ ਦਿਆਂਗੇ, ਹਰਾ ਲਵਾਂਗੇ। ਮਹਾਰਾਜ ਉਹਨਾਂ ਦਾ ਹੰਕਾਰ ਤੋੜਨ ਲਈ ਬਾਲ ਗੁੰਦਾਈ ਦੇ ਟਿੱਲੇ ਤੇ ਵੀ ਜਾ ਪਹੁੰਚੇ। ਬਾਲ ਗੁੰਦਾਈ ਦੇ ਟਿੱਲੇ ਤੇ ਵੀ ਮਹਾਰਾਜ ਦੀ ਸਿੱਧਾਂ ਨਾਲ ਚਰਚਾ ਹੋਈ, ਸਾਰਿਆਂ ਨੂੰ ਜਿੱਤ ਕੇ ਫਿਰ ਅੱਗੇ ਚਾਲਾ ਪਾਇਆ। ਮੁਸਲਮਾਨਾਂ ਦੇ ਪੀਰਾਂ ਦੇ ਟਿਕਾਣੇ ਸਨ ਪਾਕ ਪਟਨ। ਸ਼ੇਖ ਫਰੀਦ ਜੀ ਮਹਾਰਾਜ ਦਾ ਜਨਮ ਉਹ ਸਥਾਨ ਹੈ। ਉਥੇ ਉਹਨਾਂ ਦੀ ਗੱਦੀ ਤੇ ਸ਼ੇਖ ਬ੍ਰਹਮ, ਸ਼ੇਖ ਇਬਰਾਹਿਮ ਨਾਮ ਦੇ ਮਹਾਪੁਰਸ਼ ਰਹਿੰਦੇ ਸਨ। ਉਹਨਾਂ ਨਾਲ ਬਾਬਾ ਜੀ ਨੇ ਚਰਚਾ ਕੀਤੀ ਤੇ ਸ਼ੇਖ ਫਰੀਦ ਜੀ ਦੀ ਬਾਣੀ ਉਥੋਂ ਪ੍ਰਾਪਤ ਹੋਈ ਮੰਨੀ ਜਾਂਦੀ ਹੈ। ਤੇ ਅਗਲੇ ਕਹਿੰਦੇ ਆ ਵੀ ਮੁਲਤਾਨ ਪੀਰਾਂ ਦਾ ਘਰ ਹੈ। ਉੱਥੇ ਮਹਾਰਾਜ ਪੀਰ ਬਹਾਵਲ ਹੱਕ ਦੇ ਨਾਲ ਬੜੀ ਲੰਮੀ ਚਰਚਾ, ਸ਼ਮਸ ਤਬਰੇਜ਼ ਦੇ ਜਿਹੜਾ ਸਥਾਨ ਹੈ, ਉਹਨਾਂ ਦੀ ਕਬਰ ਹੈ, ਉੱਥੇ ਬਹਿ ਕੇ ਕੀਤੀ। ਕਹਿੰਦੇ ਆ 1930 ਤੱਕ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੁੰਦਾ ਰਿਹਾ ਕਬਰ ਦੇ ਨੇੜੇ, ਜਿੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਬੈਠਣ ਦਾ ਥਾਂ ਸੀਗਾ। ਉੱਥੇ ਸ਼ਮਸ ਤਬਰੇਜ਼ ਦੇ ਮਜ਼ਾਰ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਸ਼ੇਰੇ ਪੰਜਾਬ ਜੀ ਨੇ ਖਰਚਾ ਕਰਕੇ ਥੋੜੀ ਜਿਹੀ ਥਾਂ ਲਈ ਸੀ, ਪਾਲਕੀ ਬੜੀ ਸੁੰਦਰ ਬਣਾਈ ਸੀ। ਪਰ ਸਾਡੇ 'ਚ ਕੱਟੜ ਭਰਾ ਬੜੇ, ਉਹ ਕਹਿੰਦੇ ਮਜ਼ਾਰਾਂ ਤੇ ਗੁਰੂ ਗ੍ਰੰਥ ਸਾਹਿਬ ਨਹੀਂ ਰਹਿਣ ਦੇਣਾ, ਉਹ ਗੁਰੂ ਨਾਨਕ ਸਾਹਿਬ ਦੀ ਥਾਂ ਤੋਂ ਹੀ ਚੁੱਕ ਲਿਆ ਇਹ ਗੁਰੂ ਗ੍ਰੰਥ ਸਾਹਿਬ। ਇਹ ਪੁਰਾਣੀਆਂ ਗੱਲਾਂ ਬਹੁਤ ਹਨ। ਇਸ ਤਰ੍ਹਾਂ ਖਾਲਸਾ ਜੀ ਮੁਲਤਾਨ ਵਿੱਚ ਬਾਬੇ ਨੇ ਪੀਰਾਂ ਨਾਲ ਚਰਚਾ ਕੀਤੀ, ਸਾਰੇ ਪੀਰਾਂ ਨੇ ਨਮਸਕਾਰ ਕੀਤੀ। ਫਿਰ ਉਸ ਤੋਂ ਅੱਗੇ ਕਹਿੰਦੇ ਆ ਉੱਚ ਦੇ ਪੀਰ ਜਿਹੜੇ ਹਨ, ਉੱਚ ਜਾ ਕੇ ਉਹਨਾਂ ਪੀਰਾਂ ਨਾਲ ਚਰਚਾ ਕੀਤੀ ਤੇ ਉਹਨਾਂ ਨੂੰ ਵੀ ਗਿਆਨ ਦਿੱਤਾ। ਸਾਰਿਆਂ ਨਾਲ ਗਿਆਨ ਗੋਸ਼ਟਾਂ ਹੋਈਆਂ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਾਰਿਆਂ ਨੂੰ ਭਰਮ ਤੋੜ ਕੇ ਸੱਚ ਦਾ ਮਾਰਗ ਦ੍ਰਿੜ ਕਰਾਇਆ। ਇੱਥੋਂ ਤੱਕ ਗਿਣੀਏ ਹਿੰਦੂ ਮੁਸਲਮਾਨਾਂ ਦੇ ਉੱਚੇ ਉੱਚੇ ਟਿਕਾਣਿਆਂ ਤੇ ਮੱਕੇ ਮਦੀਨੇ ਤੱਕ ਜਾ ਕੇ ਗਿਆਨ ਚਰਚਾ ਕੀਤੀ। ਪਹੁੰਚੈ ਤਹਾਂ ਸਿੱਧ ਜਹ ਸੁਣੀਐ। ਔਰ ਜਿੱਥੇ ਜਿੱਥੇ ਬਾਬਾ ਜੀ ਗਏ ਨੇ ਉੱਥੇ ਉੱਥੇ ਜਾ ਕੇ ਮਹਾਰਾਜ ਜੀ ਨੇ ਸਿੱਧ ਪੁਰਸ਼ਾਂ ਨੂੰ ਉਪਦੇਸ਼ ਦੇ ਕੇ ਹੋਰ ਸਮਾਰਗ ਤੇ ਪਾਇਆ। ਬੜੀਆਂ ਬੜੀਆਂ ਸੋਹਣੀਆਂ ਧਰਮਸ਼ਾਲਾ ਗੁਰਦੁਆਰੇ ਬਣਾ ਦਿੱਤੇ, ਪਿੰਡ ਪਿੰਡ ਵਿੱਚ ਸਤਸੰਗ ਹੋਣ ਲੱਗਾ। ਤੇ ਭਾਈ ਰਤਨ ਸਿੰਘ ਜੀ ਉਸ ਨੂੰ ਸਾਰੇ ਸਵਾਲਾਂ ਦਾ ਜਵਾਬ ਦੇ ਰਹੇ ਨੇ। ਮੁੱਖ ਸਵਾਲ ਇਹ ਹੈ, ਸਿੰਘਨ ਪਾਇਓ ਰਾਜ ਕਿਮ। ਉਹ ਕਿਨ ਦੀਨੋਂ ਪਾਤਸ਼ਾਹੀ, ਸਿੰਘਾਂ ਨੇ ਰਾਜ ਕਿਵੇਂ ਪਾਇਆ, ਕਿਹੜੇ ਬਾਦਸ਼ਾਹ ਨੇ ਉਹਨਾਂ ਨੂੰ ਪਤਾ ਲਿਖ ਕੇ ਦਿੱਤਾ। ਭਾਈ ਰਤਨ ਸਿੰਘ ਜੀ ਕਹਿੰਦੇ, ਸਿੰਘਨ ਪਾਤਸ਼ਾਹੀ ਸਤਿਗੁਰ ਸੱਚੇ ਦੇਈ। ਸਾਨੂੰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਰਾਜ ਦਿੱਤਾ, ਸੱਚੇ ਪਾਤਸ਼ਾਹ ਨੇ ਰਾਜ ਦਿੱਤਾ। ਸੋ ਉਹ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਜਾਮੇ ਬਾਰੇ ਸੂਖਮ ਜਿਹਾ ਇਤਿਹਾਸ, ਉਹਨਾਂ ਦੀ ਜਨਮ ਭੂਮੀ ਨਨਕਾਣਾ ਸਾਹਿਬ, ਰਾਏ ਭੋਏ ਦੀ ਤਲਵੰਡੀ, ਔਰ ਉਹਨਾਂ ਨੇ ਅਵਤਾਰ ਧਾਰ ਕੇ ਜੋ ਜੋ ਕੌਤਕ ਕੀਤੇ, ਭਗਤੀ ਸਿਮਰਨ ਦਾ, ਰੂਹਾਨੀਅਤ ਦਾ ਪ੍ਰਚਾਰ ਕੀਤਾ, ਹਰ ਇਨਸਾਨ ਨੂੰ, ਹਿੰਦੂ ਮੁਸਲਮਾਨ ਨੂੰ ਆਪਣੇ ਗਲ ਨਾਲ ਲਾਇਆ, ਹਰ ਇੱਕ ਇਨਸਾਨ ਵਿੱਚ ਰੱਬੀ ਨੂਰ ਦਾ ਝਲਕਾਰਾ ਵੇਖਿਆ ਤੇ ਹਰ ਇੱਕ ਨੂੰ ਵਿਖਾਇਆ। 4 ਉਦਾਸੀਆਂ ਕੀਤੀਆਂ, ਉੱਤਰ ਦੱਖਣ ਪੂਰਬ ਪੱਛਮ, ਸੰਸਾਰ ਦੇ ਸਾਰੇ ਦੇਸ਼ਾਂ ਵਿੱਚ ਚੱਕਰ ਲਾ ਕੇ ਮੱਕੇ ਮਦੀਨੇ ਤੱਕ ਜਾ ਕੇ ਔਰ ਰੂਮ ਤੱਕ ਜਾ ਕੇ ਧਰਮ ਦਾ ਪ੍ਰਚਾਰ ਕੀਤਾ, ਸੱਚ ਦਾ ਮਾਰਗ ਦੱਸਿਆ। ਹਿੰਦੂ ਤੀਰਥਾਂ ਤੇ ਵੀ ਗਏ, ਮੁਸਲਮਾਨਾਂ ਦੇ ਤੀਰਥਾਂ ਤੇ ਵੀ ਗਏ। ਬਨਾਰਸ, ਹਰਿਦੁਆਰ, ਗਿਆ, ਜਗਨਨਾਥਪੁਰੀ, ਪੁਸ਼ਕਰ ਆਦਿਕ ਹਿੰਦੂ ਤੀਰਥਾਂ ਉੱਤੇ ਗੁਰਦੁਆਰੇ ਬਣੇ ਹੋਏ ਹਨ।
ਜਿੱਥੇ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਗਰੀਬ ਨਵਾਜ ਦੇ ਚਰਨ ਪਏ ਨੇ, ਸੋ ਥਾਨ ਸੁਹਾਵਾ ਰਾਮ ਰਾਜੇ। ਇਸ ਜਗ੍ਹਾ ਪਵਿੱਤਰ ਹੋ ਗਈ ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਫਿਰ ਮਾਲੀ ਨੇ ਪੁੱਛਿਆ ਕਿ ਗੁਰੂ ਨਾਨਕ ਸਾਹਿਬ ਤੋਂ ਬਾਅਦ ਕਿੰਨੇ ਗੁਰੂ ਹੋਏ ਆ? ਭਾਈ ਰਤਨ ਸਿੰਘ ਜੀ ਕਹਿੰਦੇ ਉਹਨਾਂ ਤੋਂ ਬਾਅਦ 12 ਸਾਲ ਗੱਦੀ ਤੇ ਰਹੇ ਸ੍ਰੀ ਗੁਰੂ ਅੰਗਦ ਦੇਵ ਜੀ, ਤੇ ਉਹਨਾਂ ਤੋਂ ਬਾਅਦ 22 ਸਾਲ ਗੱਦੀ ਤੇ ਰਹੇ ਗੁਰੂ ਅਮਰਦਾਸ ਜੀ। ਉਹਨਾਂ ਤੋਂ ਬਾਅਦ 7 ਸਾਲ ਗੱਦੀ ਤੇ ਰਹੇ ਸਤਿਗੁਰੂ ਰਾਮਦਾਸ ਜੀ। ਉਹਨਾਂ ਤੋਂ ਬਾਅਦ 25 ਸਾਲ ਗੱਦੀ ਤੇ ਰਹੇ ਸਤਿਗੁਰੂ ਅਰਜਨ ਦੇਵ ਜੀ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ 38 ਸਾਲ ਗੱਦੀ ਤੇ ਰਹੇ। ਮੇਰੀ ਪੀਰੀ ਦੀਆਂ ਤੇਗਾਂ ਧਾਰਨ ਕਰਕੇ ਭਗਤੀ ਨਾਲ ਸ਼ਕਤੀ ਨੂੰ ਜੋੜਿਆ, ਸ਼ਾਂਤੀ ਨਾਲ ਕ੍ਰਾਂਤੀ ਨੂੰ ਜੋੜਿਆ, ਤੇ ਜ਼ਾਲਮਾਂ ਨੇ ਉਹਨਾਂ ਨੂੰ ਦਬਾਉਣ ਵਾਸਤੇ ਜ਼ੁਲਮ ਦੀ ਹਨੇਰੀਆਂ ਝੁਲਾ ਦਿੱਤੀਆਂ। ਵੱਡੇ ਭਾਰੀ 4 ਮਹਾਨ ਜੰਗ ਹੋਏ, ਸਤਿਗੁਰਾਂ ਦੀ ਜਿੱਤ ਹੋਈ। 36 ਸਾਲ ਦੀ ਗੁਰਤਾ ਗੱਦੀ ਕਰਕੇ ਗੁਰੂ ਸਾਹਿਬ ਜੀ ਮਹਾਰਾਜ ਲਗਭਗ 49 ਸਾਲ ਦੀ ਅਵਸਥਾ ਦੇ ਵਿੱਚ ਸ੍ਰੀ ਕੀਰਤਪੁਰ ਸਾਹਿਬ ਸੱਚਖੰਡ ਪਿਆਨਾ ਕਰ ਗਏ। ਉਹਨਾਂ ਤੋਂ ਬਾਅਦ 17 ਸਾਲ ਗੱਦੀ ਤੇ ਰਹੇ ਸਤਿਗੁਰੂ ਹਰਿ ਰਾਏ ਸਾਹਿਬ ਜੀ। ਉਹਨਾਂ ਤੋਂ ਬਾਅਦ 3 ਸਾਲ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗੱਦੀ ਤੇ ਆਏ। ਉਹਨਾਂ ਨੂੰ ਦਿੱਲੀ ਸੱਦਿਆ ਬਾਦਸ਼ਾਹ ਔਰੰਗਜ਼ੇਬ ਨੇ। ਸਤਿਗੁਰਾਂ ਦਾ ਪਰਨ ਸੀ ਵੀ ਅਸੀਂ ਮਲੇਸ਼ ਦੇ ਮੱਥੇ ਨਹੀਂ ਲੱਗਣਾ। ਜਿਸ ਨੇ ਆਪਣੇ ਹੀ ਪਰਿਵਾਰ ਨੂੰ ਕਤਲ ਕਰ ਦਿੱਤਾ ਹੋਵੇ ਰਾਜ ਪਿੱਛੇ, ਉਹਨੂੰ ਦਰਸ਼ਨ ਨਹੀਂ ਦੇਣੇ। ਸੋ ਗੁਰੂ ਸਾਹਿਬ ਦਿੱਲੀ ਜਾ ਕੇ ਵੀ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦਿੱਤੇ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ 8ਵੇਂ ਪਾਤਸ਼ਾਹ ਨੇ ਦਿੱਲੀ ਬੰਗਲਾ ਸਾਹਿਬ ਬਹੁਤ ਸਮਾਂ ਨਿਵਾਸ ਕੀਤਾ ਤੇ ਬਾਲਾ ਸਾਹਿਬ ਜਾ ਕੇ ਸੱਚਖੰਡ ਪਿਆਨਾ ਕੀਤਾ। ਉੱਥੇ ਹੀ ਉਹਨਾਂ ਦਾ ਅੰਗੀਠਾ ਬਣਿਆ ਹੈ। ਫਿਰ ਉਹਨਾਂ ਤੋਂ ਬਾਅਦ ਸਤਿਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ 9ਵੇਂ ਪਾਤਸ਼ਾਹ 11 ਸਾਲ ਗੁਰਤਾ ਗੱਦੀ ਨੂੰ ਭਾਗ ਲਾਏ ਤੇ ਧਰਮ ਹੇਤ ਸਾਕਾ ਜਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ। ਤੇ ਕੈਪਟਨ ਮਰੀ ਪੁੱਛਦਾ ਹੈ ਕਿ ਜਿਹੜੀ ਗੁਰੂਆਂ ਦੀ ਤੇ ਤੁਰਕਾਂ ਦੀ ਬਾਦਸ਼ਾਹਾਂ ਦੀ ਵਿਰੋਧਤਾ ਹੋਈ ਹੈ, ਇਹ ਕਿਵੇਂ ਹੋਈ ਹੈ? ਇਹਦਾ ਕੀ ਕਾਰਨ ਹੈ? ਕੈਪਟਨ ਮਰੀ ਦੇ ਸਵਾਲ ਦਾ ਜਵਾਬ ਭਾਈ ਰਤਨ ਸਿੰਘ ਦੇ ਰਹੇ ਨੇ। ਕਿਉਂਕਿ ਕਥਾ ਪੰਥ ਦੀ ਆਉਣੀ ਹੈ। ਪੰਥ ਖਾਲਸੇ ਦੀ ਉਤਪਤੀ ਕਿਉਂ ਹੋਈ ਤੇ ਪੰਥ ਨੇ ਰਾਜ ਕਿਵੇਂ ਪ੍ਰਾਪਤ ਕੀਤਾ, ਉਹ ਪਿੱਛੇ ਜਿਹੜੇ 10 ਪਾਤਸ਼ਾਹੀਆਂ ਦਾ ਭੂਮਿਕਾ ਹੈ ਉਹਦੇ ਵਿੱਚ, ਉਹ ਵੀ ਦੱਸਣੀ ਜ਼ਰੂਰੀ ਸੀਗੀ। ਤੇ ਨਾਲ ਨਾਲ ਉਹ ਕਹਿ ਵੀ ਰਹੇ ਨੇ ਵੀ ਜੇ ਤੂੰ ਪੂਰਾ ਇਤਿਹਾਸ ਪੜ੍ਹਨਾ ਹੋਰ ਗ੍ਰੰਥਾਂ 'ਚੋਂ ਪੜ੍ਹ ਲੈ। ਬੜੇ ਪੁਰਾਣੇ ਗ੍ਰੰਥ ਮੌਜੂਦ ਨੇ, ਉਹਨਾਂ ਵਿੱਚ ਗੁਰੂਆਂ ਦੀ ਕਥਾ ਹੈ, ਉੱਥੋਂ ਪੜ੍ਹ ਲੈ। ਮੈਂ ਤੈਨੂੰ ਪੰਥ ਦੀ ਦੱਸ ਰਿਹਾ ਹਾਂ। ਸੋ ਹੁਣ ਪੰਥ ਖਾਲਸੇ ਦੀ ਉਤਪਤੀ ਦਾ ਸਮਝੋ ਆਰੰਭ ਕਿਵੇਂ ਹੋਇਆ। ਔਰੰਗਜ਼ੇਬ ਦੇ ਜ਼ੁਲਮਾਂ ਨੇ ਬਹੁਤ ਜ਼ਿਆਦਾ ਇਸ ਗੱਲ ਵਿੱਚ ਯੋਗਦਾਨ ਪਾਇਆ ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਖਾਲਸੇ ਦੀ ਸਿਰਜਣਾ ਕੀਤੀ।